ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਸ਼ੁੱਕਰਵਾਰ ਦਾ ਦਿਨ 7 ਵਜੇ ਤੋਂ ਲੈ ਕੇ 8 ਵਜੇ ਦਾ ਟਾਈਮ ਸਾਡਾ ਤੇ ਤੁਹਾਡਾ ਸਾਥ ਹੁੰਦਾ ਤੇ ਅਸੀਂ ਲਾਈਵ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਉਂਦੇ ਹਾਂ ਤੇ ਤੁਸੀਂ ਲਾਈਵ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਸਾਡੇ ਗੈਸਟ ਤੋਂ ਕੁਐਸਚਨ ਪੁੱਛਦੇ ਹੋ ਤੇ ਸਾਡਾ ਜਿਹੜਾ ਹੈਗਾ ਉਹ ਯੋਗਦਾਨ ਪਾਉਂਦੇ ਹੋ ਪ੍ਰੋਗਰਾਮ ਦੇ ਵਿੱਚ। ਹੁਣ ਕੋਵਿਡ-19 ਦੇ ਸਮੇਂ ਦੇ ਵਿੱਚ ਹਰ ਕੋਈ ਇਫੈਕਟਡ ਹੈ। ਇਹਨੇ ਸਾਨੂੰ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਇਫੈਕਟ ਕੀਤਾ ਹੋਇਆ। ਹੁਣ ਅਸੀਂ BC ਦੇ ਵਿੱਚ ਰਹਿੰਦੇ ਹਾਂ ਤਾਂ BC ਦੀ ਗੱਲ ਕਰੀਏ ਤਾਂ ਪਿਛਲੇ 6 ਦਿਨਾਂ ਤੋਂ ਚੰਗੀ ਖਬਰ ਇਹ ਆ ਰਹੀ ਸੀ ਕਿ ਕੋਈ ਵੀ ਡੈਥ ਨਹੀਂ ਹੋਈ ਹੈ, ਪਰ ਕੇਸ ਜਿਹੜੇ ਨੇ ਉਹ ਲਗਾਤਾਰ ਵੱਧਦੇ ਜਾ ਰਹੇ ਸਨ। ਪਿਛਲੇ 3 ਦਿਨਾਂ ਤੋਂ 10 ਫਿਰ 12 ਤੇ 14 ਕੇਸ ਜਿਹੜੇ ਨੇ ਉਹ ਸਾਹਮਣੇ ਆਏ ਨੇ ਤੇ ਹੁਣ ਅੱਜ ਫਿਰ ਇੱਕ ਡੈਥ ਰਿਪੋਰਟ ਕੀਤੀ ਗਈ ਹੈ। ਤੇ ਜੇ ਅਸੀਂ ਹੋਰ ਦੇਸ਼ਾਂ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਮਾੜਾ ਹਾਲ ਜਿਹੜਾ ਹੋ ਰਿਹਾ। ਹੁਣ ਅਸੀਂ ਕੈਨੇਡੀਅਨ ਇੱਕ ਜੋ ਹੈ ਉਹ ਇਹੋ ਜਿਹੀ ਕੰਟਰੀ ਹੈ ਜਿਹੜੀ ਇਮੀਗ੍ਰੈਂਟਸ ਦੇ ਉੱਤੇ ਨਿਰਭਰ ਕਰਦੀ ਹੈ। ਇਮੀਗ੍ਰੈਂਟਸ ਦੀ ਕੰਟਰੀ ਇਹਨੂੰ ਕਿਹਾ ਜਾਂਦਾ ਹੈ ਤੇ ਇਹਨੂੰ ਤੋਂ ਸਭ ਤੋਂ ਜ਼ਿਆਦਾ ਵੱਡਾ ਇਫੈਕਟ ਹੈਗਾ ਇਮੀਗ੍ਰੇਸ਼ਨ ਤੇ ਵੀ ਪਿਆ। ਇਮੀਗ੍ਰੇਸ਼ਨ ਦੇ ਸੰਬੰਧ ਵਿੱਚ ਬਹੁਤ ਸਾਰੇ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਸਵਾਲ ਨੇ ਕਿ ਸਾਡਾ ਵੀਜ਼ਾ ਲੱਗੇਗਾ। ਜਿਨ੍ਹਾਂ ਦਾ ਵੀਜ਼ਾ ਨਹੀਂ ਲੱਗਿਆ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਹੈ ਕਿ ਕਦੋਂ ਲੱਗੇਗਾ। ਜਿਨ੍ਹਾਂ ਦਾ ਲੱਗ ਗਿਆ ਅਸੀਂ ਕੈਨੇਡਾ ਕਦੋਂ ਪਹੁੰਚਾਂਗੇ ਤੇ ਫਿਊਚਰ ਕਿੱਦਾਂ ਦਾ ਹੋਊਗਾ। ਹਰ ਕੋਈ ਆਉਣਾ ਚਾਹੁੰਦਾ, ਚਾਹੇ ਉਹ ਸਟੂਡੈਂਟ ਦੇ ਤੌਰ ਤੇ, ਚਾਹੇ ਵਰਕ ਪਰਮਿਟ ਦੇ ਤੌਰ ਤੇ ਹੈ ਤੇ ਚਾਹੇ ਉਹ ਘੁੰਮਣ ਦੇ ਲਈ ਆਉਣਾ ਚਾਹੁੰਦਾ ਹੈ। ਹੁਣ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਕਿਸ ਤਰ੍ਹਾਂ ਇਫੈਕਟ ਹੋਈ ਹੈ, ਕਿਹੜੇ ਰੂਲ ਨਵੇਂ ਆਏ ਨੇ, ਕਿਹੜੇ ਚੇਂਜ ਹੋਏ ਨੇ, ਕੀ ਸੇਮ ਰੂਲ ਨੇ, ਇਹ ਸਭ ਬਾਰੇ ਜਾਣਕਾਰੀ ਦੇਣ ਦੇ ਲਈ ਅੱਜ ਇੱਕ ਇਮੀਗ੍ਰੇਸ਼ਨ ਕੰਸਲਟੈਂਟ ਮੇਰੇ ਨਾਲ ਨੇ ਜਿਨ੍ਹਾਂ ਦਾ ਬਹੁਤ ਜ਼ਿਆਦਾ ਐਕਸਪੀਰੀਅੰਸ ਹੈ ਇਸ ਫੀਲਡ ਦੇ ਵਿੱਚ। 2005 ਤੋਂ ਆਪਣੀਆਂ ਸੇਵਾਵਾਂ ਦੇ ਰਹੇ ਨੇ ਤੇ ਇਹਨਾਂ ਦੀਆਂ ਮਲਟੀਪਲ ਲੋਕੇਸ਼ਨਸ ਨੇ। ਚਾਹੇ ਦੁਬਈ ਦੀ ਗੱਲ ਕਰ ਲਓ, ਚਾਹੇ ਕੈਨੇਡਾ ਦੀ ਗੱਲ ਕਰ ਲਓ, ਬਰੈਂਪਟਨ ਦੀ, ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰ ਲਓ ਤੇ ਚਾਹੇ ਅਸੀਂ ਗੱਲ ਕਰ ਲਈਏ ਇੰਡੀਆ ਦੀ। ਹਰ ਕਿਤੇ ਇਹਨਾਂ ਦੀਆਂ ਜਿਹੜੀਆਂ ਸੇਵਾਵਾਂ ਇਹਨਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤੇ ਤੁਸੀਂ ਵੀ ਇਹਨਾਂ ਨੂੰ ਬਖੂਬੀ ਜਾਣਦੇ ਹੋ। ਤੇ ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਤਾਜ਼ਾ ਇਮੀਗ੍ਰੇਸ਼ਨ ਦੇ ਸੰਬੰਧੀ ਸਵਾਲਾਂ ਦੇ ਇਹਨਾਂ ਤੋਂ ਜਵਾਬ ਲੈਣੇ ਆ ਕਿ ਕੀ ਕੁਝ ਹੋ ਰਿਹਾ ਇਮੀਗ੍ਰੇਸ਼ਨ ਦੀ ਦੁਨੀਆ ਦੇ ਵਿੱਚ। ਸੋ ਆਓ ਸਵਾਗਤ ਕਰ ਲੈਂਦੇ ਹਾਂ ਅਮਨ ਖਹਿਰਾ CWC ਇਮੀਗ੍ਰੇਸ਼ਨ ਤੋਂ। ਸੋ ਮਿਸਟਰ ਖਹਿਰਾ, ਸਵਾਗਤ ਹੈ ਤੁਹਾਡਾ। ਥੈਂਕ ਯੂ ਸੋ ਮਚ ਅਰਸ਼ਦੀਪ ਜੀ ਔਰ ਤੁਹਾਡੇ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਜੀ। ਬਿਲਕੁਲ ਮਿਸਟਰ ਖੇੜਾ, ਜਿਵੇਂ ਮੈਂ ਦੱਸਿਆ ਕਿ ਐਕਸਪੀਰੀਅੰਸ ਤੁਹਾਡਾ ਬਹੁਤ ਹੈਗਾ ਇਮੀਗ੍ਰੇਸ਼ਨ ਦੀ ਦੁਨੀਆ ਦੇ ਵਿੱਚ। ਉਤਰਾਅ ਚੜਾਅ ਆਉਂਦੇ ਰਹਿੰਦੇ ਹੈਗੇ ਆ ਕਿ ਬਹੁਤ ਰੂਲ ਬਦਲ ਜਾਂਦੇ ਆ, ਰੈਗੂਲੇਸ਼ਨਸ ਬਦਲ ਜਾਂਦੀਆਂ ਨੇ ਤੇ ਹੁਣ ਤਾਂ ਪੈਂਡੈਮਿਕ ਆਇਆ ਹੋਇਆ ਹੈ ਕੋਵਿਡ-19। ਇਹਦੇ ਕਰਕੇ ਹਰ ਚੀਜ਼, ਜਿਹੜੀ ਚੀਜ਼ ਜਿੱਥੇ ਸੀ ਉੱਥੇ ਹੀ ਰਹਿ ਗਈ ਹੈ ਤੇ ਸਭ ਦੀਆਂ ਚੀਜ਼ਾਂ ਨਜ਼ਰਾਂ ਇਹਦੇ ਤੇ ਨੇ ਕਿ ਇਮੀਗ੍ਰੇਸ਼ਨ ਕਿਸ ਤਰ੍ਹਾਂ ਕੰਮ ਕਰ ਰਹੀ ਹੈ। ਤੇ ਪਹਿਲਾ ਸਵਾਲ ਇਹੀ ਆਉਂਦਾ ਜਿਨ੍ਹਾਂ ਦੀਆਂ ਫਾਈਲਸ ਲੱਗੀਆਂ ਹੋਈਆਂ ਨੇ ਕਿ ਉਹ ਫਾਈਲ ਪ੍ਰੋਸੈਸ ਹੋ ਰਹੀਆਂ ਨੇ, ਨਹੀਂ ਹੋ ਰਹੀਆਂ ਨੇ, ਕੰਮ ਕਿੱਦਾਂ ਚੱਲ ਰਿਹਾ? ਜਿਹੜੇ ਆਲਰੇਡੀ ਐਪਲੀਕੇਸ਼ਨਸ ਹੈਗੀਆਂ, ਫਾਈਲ ਕੀਤੀਆਂ ਹੋਈਆਂ, ਉਹ ਪ੍ਰੋਸੈਸ 'ਚ ਹੈਗੀਆਂ ਐਕਸੈਪਟ ਸਰਟਨ ਐਪਲੀਕੇਸ਼ਨਸ ਜਿਹੜੀਆਂ ਕਿ ਐਪਲੀਕੇਸ਼ਨਸ ਤੁਸੀਂ ਟੈਂਪਰੇਰੀ ਤੌਰ ਤੇ ਕੈਨੇਡਾ ਆਉਣ ਲਈ ਅਪਲਾਈ ਕਰਦੇ ਹੋ, ਦੋਜ਼ ਐਪਲੀਕੇਸ਼ਨਸ ਆਰ ਔਨ ਹੋਲਡ। ਇਸ ਤੋਂ ਇਲਾਵਾ ਜਿਹੜੇ ਬਾਇਓਮੈਟ੍ਰਿਕ ਆਫਿਸਿਸ ਨੇ, ਜਿਵੇਂ ਉੱਥੇ ਬਾਇਓਮੈਟ੍ਰਿਕਸ ਹੁਣ ਐਕਸੈਸਿਬਲ ਨਹੀਂ ਹੈ ਬਿਕਾਜ਼ ਆਫ ਲੋਕਡਾਊਨ ਈਵਨ ਵਿਦ ਇਨ ਕੈਨੇਡਾ ਜਾਂ ਆਊਟਸਾਈਡ ਕੈਨੇਡਾ। ਸੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਬਿਲਕੁਲ ਇੰਪੈਕਟ ਹੋਇਆ ਐਪਲੀਕੇਸ਼ਨਸ ਬਿਕਾਜ਼ ਆਫ ਬਾਇਓਮੈਟ੍ਰਿਕਸ ਵੀ ਔਨ ਹੋਲਡ ਸੀ। ਤਾਂ ਗਵਰਨਮੈਂਟ ਨੇ ਰੀਸੈਂਟਲੀ ਜਿਹੜੀ ਇੱਕ ਮੈਂਡੇਟਰੀ ਰਿਕੁਆਇਰਮੈਂਟ ਸੀ ਦੈਟ ਕੋਈ ਵੀ ਇੰਡੀਵਿਜੂਅਲ ਕੈਨੇਡਾ ਦੇ ਵਿੱਚ ਦਾਖਲ ਹੁੰਦਾ ਤਾਂ ਉਹ ਬਾਇਓਮੈਟ੍ਰਿਕਸ ਕਰਾ ਕੇ ਆਵੇ, ਉਹਨੂੰ ਵੀ ਵੇਵ ਆਊਟ ਕੀਤਾ ਸੀ ਫॉर ਸਰਟਨ ਕੈਟਾਗਰੀਜ਼, ਨਾਟ ਫॉर ਆਲ। ਔਰ ਇਸ ਤੋਂ ਇਲਾਵਾ ਜਿਹੜੇ ਕੁਝ ਨਵੇਂ ਚੇਂਜਸ ਆਏ ਨੇ, ਜਿਵੇਂ ਹੁਣ ਗਵਰਨਮੈਂਟ ਨੇ ਸਭ ਤੋਂ ਬੜਾ ਜਿਹੜਾ ਚੇਂਜ ਕੀਤਾ ਸੀਗਾ ਉਹ ਅਸੈਂਸ਼ੀਅਲ ਵਰਕਰਸ ਨੂੰ ਲੈ ਕੇ ਕੀਤਾ ਸੀ। ਜਿਵੇਂ ਕਿ ਆਪਾਂ ਨੂੰ ਪਤਾ ਵੀ ਕੋਵਿਡ-19 ਕਰਕੇ ਕਾਫੀ ਇੰਪੈਕਟ ਆਇਆ ਸੀ, ਹਰ ਤਰ੍ਹਾਂ ਦੀ ਜਿਹੜੇ ਇੰਡਸਟਰੀ ਹੈ ਉਹਦੇ 'ਤੇ ਇੰਪੈਕਟ ਆਇਆ ਸੀ। ਸੋ ਇਸ ਚੀਜ਼ ਨੂੰ ਸਮਝਦੇ ਹੋਏ ਉਹਦੀ ਰਿਸਪੌਂਸਿਵਨੈਸ ਗਵਰਨਮੈਂਟ ਨੇ ਦਿਖਾਈ ਹੈ। ਜਿਵੇਂ ਸਭ ਤੋਂ ਬੜੀ ਜਿਹੜੀ ਚੇਂਜ ਲੈ ਕੇ ਆਈ ਹੈ ਗਵਰਨਮੈਂਟ, ਉਹ ਹੈਗੀ ਹੈ ਜਿਹੜਾ ਕੋਟਾ ਹੈਗਾ ਜਾਂ ਜਿਹੜਾ ਨੰਬਰ ਆਫ ਇਮੀਗ੍ਰੈਂਟਸ ਜਿਹੜਾ ਕਿ ਗਵਰਨਮੈਂਟ ਨੇ ਕਮਿਟ ਕੀਤਾ ਸੀ ਵੀ 350,000 ਦੇ ਕਰੀਬ ਜਿਹੜੇ ਨਿਊ ਇਮੀਗ੍ਰੈਂਟਸ ਕੈਨੇਡਾ ਲਿਆਂਦੇ ਜਾਣਗੇ, ਉਹ ਐਜ਼ ਇਟ ਇਜ਼ ਰੱਖਿਆ, ਉਹਦੇ 'ਚ ਕੋਈ ਫਰਕ ਨਹੀਂ ਹੈ। ਹਾਊਐਵਰ ਕਿਉਂਕਿ ਜਿਹੜਾ ਬਹੁਤ ਅਸੈਂਸ਼ੀਅਲ ਟਾਈਮ ਹੈ ਉਹ ਕਿਉਂਕਿ ਜਿਹੜਾ ਤੁਸੀਂ ਘਰ ਤੋਂ ਬੈਠ ਕੇ ਕੰਮ ਕਰਦੇ ਹੋ ਜਾਂ ਤੁਸੀਂ ਲੋਕਡਾਊਨ 'ਚ ਕੰਮ ਕਰਦੇ ਹੋ ਤਾਂ ਬਹੁਤ ਥੋੜੀ ਲਿਮਿਟੇਸ਼ਨਸ ਹੁੰਦੀਆਂ ਨੇ, ਤਾਂ ਜਿਹੜਾ ਕੰਮ ਦੀ ਰਫ਼ਤਾਰ ਹੈ ਉਹ ਵੀ ਘਟਦੀ ਹੈ। ਸੋ ਇਹ ਚੀਜ਼ ਨੂੰ ਸਮਝਦੇ ਹੋਏ ਜਿਹੜੇ ਇਸ ਵਾਰ ਦੇ ਐਕਸਪੈਕਟਡ ਨੰਬਰਸ ਨੇ, ਇਹ ਸਿਰਫ ਡਾਟਾ ਕੁਝ ਦਿਨ ਪਹਿਲਾਂ ਹੀ ਗਲੋਬਲ ਮੇਲ ਤੇ ਛਪਿਆ ਸੀ, ਨਿਊਜ਼ ਛਪੀਆਂ ਸੀ, ਜਿੱਥੇ ਬੈਂਕਸ ਨੇ ਐਕਸਪੈਕਟਡ ਨੰਬਰ ਜਿਹੜੇ ਸੀ ਰਿਲੀਜ਼ ਕੀਤੇ ਸੀ ਵੀ ਇਸ ਵਾਰ ਜਿਹੜੇ ਨਿਊ ਇਮੀਗ੍ਰੈਂਟਸ ਹੋਣਗੇ ਉਹ ਤਕਰੀਬਨ 170,000 ਹੀ ਰਹਿਣਗੇ। ਬਟ ਜੇ ਤੁਸੀਂ ਨੋਟਿਸ ਕਰੋ ਤਾਂ ਗਵਰਨਮੈਂਟ ਕੀ ਕਰ ਰਹੀ ਹੈ, ਫੋਕਸ ਕਰ ਰਹੀ ਹੈ ਜਿਹੜੇ ਸਟੂਡੈਂਟਸ ਆਲਰੇਡੀ ਕੈਨੇਡਾ ਦੇ ਵਿੱਚ ਆਏ ਹੋਏ ਆ ਉਹਨਾਂ ਨੂੰ ਇਮੀਗ੍ਰੇਸ਼ਨ ਦੇਣ ਦੇ ਲਈ ਗਵਰਨਮੈਂਟ ਸਭ ਤੋਂ ਵੱਧ ਜ਼ੋਰ ਲਾ ਰਹੀ ਹੈ। ਸਭ ਤੋਂ ਪਹਿਲਾਂ ਜਿਹੜਾ ਸਟੈਪ ਗਵਰਨਮੈਂਟ ਨੇ ਲਿਆ ਹੈਗਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਨੂੰ ਲੈ ਕੇ,
ਸਿਰਫ ਉਹਦੇ ਐਕਸਕਲੂਸਿਵ ਡਰਾਜ਼ ਨਿਕਲ ਰਹੇ ਨੇ ਪਿੱਛੇ ਕੁਝ ਆਪਾਂ 7 ਔਰ 8 ਡਰਾਜ਼ ਦੇਖੀ ਤਾਂ ਸਿਰਫ ਜਿਹੜੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਹੈ ਉਹ ਡਰਾਜ਼ ਹੀ ਉਹਨਾਂ ਨੂੰ ਹੀ ਕੱਢਿਆ ਜਾ ਰਿਹਾ ਬਿਕੋਜ਼ ਸਟੂਡੈਂਟਸ ਆਲਰੇਡੀ ਕੈਨੇਡਾ ਦੇ ਵਿੱਚ ਬੈਠੇ ਨੇ ਔਰ ਉਹ ਆਪਣੀ ਐਪਲੀਕੇਸ਼ਨ ਜਿਹੜੀ ਹੈ ਵਿਦਨ ਕੈਨੇਡਾ 'ਚ ਰਹਿੰਦੇ ਹੋਏ ਸਬਮਿਟ ਕਰ ਸਕਦੇ ਨੇ। ਆਊਟਸਾਈਡ ਕੈਨੇਡਾ ਜਿਹੜੀਆਂ ਕੁਝ ਲਿਮਿਟੇਸ਼ਨਸ ਨੇ ਜਿਵੇਂ ਲੋਕਡਾਊਨ ਇੰਡੀਆ ਦੇ ਵਿੱਚ ਵੀ ਇਹ ਕਰਫਿਊ ਹੈ ਈਵਨ ਦੋ ਜੇ ਤੁਹਾਨੂੰ ਇਨਵੀਟੇਸ਼ਨ ਆ ਵੀ ਜਾਂਦਾ ਤਾਂ ਇੰਡੀਵਿਜੂਅਲ ਹੈਲਪਲੈਸ ਹੈਗਾ ਵੀ ਉਹ ਆਪਣੀ ਐਪਲੀਕੇਸ਼ਨ ਫਾਈਲ ਫਿਰ ਨਹੀਂ ਕਰ ਪਾਊਗਾ ਈਵਨ ਦੋ ਸਰਕਾਰ ਨੇ ਜਿਵੇਂ ਪਿਛਲੇ ਸਮੇਂ ਦੇ ਵਿੱਚ ਆਮ ਤੌਰ ਤੇ 60 ਡੇਜ਼ ਦੇ ਅੰਦਰ ਤੁਸੀਂ ਐਪਲੀਕੇਸ਼ਨ ਨੂੰ ਫਾਈਲ ਕਰਨਾ ਹੁੰਦਾ ਫਾਰਮਲ ਐਪਲੀਕੇਸ਼ਨ ਤਾਂ ਉਹਦਾ ਸਮਾਂ ਵਧਾ ਕੇ 90 ਦਿਨ ਕੀਤਾ ਸੀ ਬਾਈ ਡਿਫਾਲਟ ਬਟ ਕਾਫੀ ਐਪਲੀਕੇਸ਼ਨਸ ਹਾਲੇ ਵੀ ਜਿਹੜੀਆਂ ਬਿਕੋਜ਼ ਆਫ ਲੋਕਡਾਊਨ ਇੰਪੈਕਟ ਹੋਣਗੀਆਂ ਬਟ ਗਵਰਨਮੈਂਟ ਤੁਹਾਡੀ ਐਪਲੀਕੇਸ਼ਨ ਨੂੰ ਰਿਫਿਊਜ਼ ਨਹੀਂ ਕਰੇਗਾ ਬਿਕੋਜ਼ ਆਫ ਲੈਕ ਆਫ ਡਾਕੂਮੈਂਟਸ। ਜੇ ਤੁਸੀਂ ਡੈਡਲਾਈਨ ਮਿਸ ਕਰ ਗਏ ਹੋ ਔਰ ਫਿਰ ਤੁਹਾਨੂੰ ਬਾਈ ਡਿਫਾਲਟ ਰਿਫਿਊਜ਼ ਨਹੀਂ ਕਰਨਗੇ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਜਦੋਂ ਹੀ ਤੁਸੀਂ ਡੈਡਲਾਈਨ ਕ੍ਰਾਸ ਕਰਦੇ ਸੀ ਤਾਂ ਤੁਸੀਂ ਐਟ ਰਿਸਕ ਹੁੰਦੇ ਸੀ ਆਫ ਰਿਫਿਊਜ਼ਲ ਬਟ ਹੁਣ ਉਹ ਜਿਹੜੀ ਕੰਡੀਸ਼ਨ ਐਗਜ਼ਿਸਟ ਨਹੀਂ ਕਰਦੀ। ਜੀ ਬਿਲਕੁਲ ਜਿਵੇਂ ਤੁਸੀਂ ਦੱਸਿਆ ਕਿ ਜਿਹੜਾ ਹੈਗਾ ਹੈ ਵੀਜ਼ਾ ਉਹ ਰਿਜੈਕਟ ਨਹੀਂ ਕੀਤਾ ਜਾਊਗਾ ਰਿਫਿਊਜ਼ ਨਹੀਂ ਕੀਤਾ ਜਾਊਗਾ ਬਟ ਤੁਸੀਂ ਜਿਹੜਾ ਰਿਫਿਊਜ਼ਲ ਵੀਜ਼ੇ ਹੈਗੇ ਆ ਉਹਨਾਂ ਦਾ ਵੀ ਸੋਲੂਸ਼ਨ ਕੱਢ ਲੈਂਦੇ ਹੈਗੇ ਸੋ ਇਦਾਂ ਦੇ ਕੇਸ ਜਦੋਂ ਆਉਂਦੇ ਨੇ ਰਿਫਿਊਜ਼ਲ ਵੀਜ਼ੇ ਦੇ ਸੋ ਉਹਨਾਂ ਨੂੰ ਕੀ ਕੁਝ ਕਰਨਾ ਚਾਹੀਦਾ ਹੈਗਾ ਜੇ ਉਹਨਾਂ ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ? ਦੈਟਸ ਅ ਵੈਰੀ ਗੁੱਡ ਕੁਐਸਚਨ। ਲਾਈਕ ਆਮ ਕਰਕੇ ਸਭ ਤੋਂ ਬੜੀ ਧਾਰਨਾ ਬਣੀ ਹੋਈ ਹੈ ਵੀ ਜਦੋਂ ਵੀਜ਼ਾ ਆਫਿਸਰ ਡਿਸੀਜਨ ਦੇ ਦਿੰਦਾ ਉਹ ਫੁੱਲ ਐਂਡ ਫਾਈਨਲ ਡਿਸੀਜਨ ਹੈ ਜੀ ਬਟ ਇਦਾਂ ਦੀ ਇਹ ਚੀਜ਼ ਸਹੀ ਨਹੀਂ ਹੈਗੀ। ਵੀਜ਼ਾ ਆਫਿਸਰ ਦਾ ਡਿਸੀਜਨ ਇਜ਼ ਨਾਟ ਅ ਫੁੱਲ ਐਂਡ ਫਾਈਨਲ ਡਿਸੀਜਨ। ਤੁਹਾਡੇ ਕੋਲ ਆਪਸ਼ਨਸ ਅਵੇਲੇਬਲ ਹੁੰਦੀਆਂ ਨੇ ਤੁਸੀਂ ਉਹ ਡਿਸੀਜਨ ਨੂੰ ਚੈਲੰਜ ਕਰ ਸਕੋ ਨਾ। ਹਰ ਤਰ੍ਹਾਂ ਦੀ ਐਪਲੀਕੇਸ਼ਨ ਦੀ ਅਪੀਲ ਕੀਤੀ ਜਾ ਸਕਦੀ ਹੈ। ਬੇਸਿਕਲੀ ਅਪੀਲ ਫਾਈਲ ਹੁੰਦੀ ਹੈ ਆਫਟਰ ਐਨੀ ਕਾਈਂਡ ਆਫ ਰਿਫਿਊਜ਼ਲ। ਤੁਹਾਡੇ ਕੇਸ ਤੇ ਕੋਈ ਵੀ ਐਪਲੀਕੇਸ਼ਨ ਤੇ ਡਿਸੀਜਨ ਹੋ ਗਿਆ ਸਰਕਾਰ ਨੇ ਉਹਦੇ ਮਾਫ ਕਰਨਾ ਵੀਜ਼ਾ ਆਫਿਸਰ ਨੇ ਡਿਨਾਈ ਕਰਤਾ ਤੇ ਤੁਸੀਂ ਉਹ ਡਿਸੀਜਨ ਤੋਂ ਖੁਸ਼ ਨਹੀਂ ਹੋ ਤਾਂ ਫਿਰ ਤੁਸੀਂ ਤੁਹਾਡੇ ਕੋਲ ਦੋ ਗਰਾਊਂਡਸ ਹੁੰਦੇ ਨੇ ਵੀਜ਼ਾ ਆਫਿਸਰ ਦੇ ਡਿਸੀਜਨ ਨੂੰ ਚੈਲੰਜ ਕਰਨ ਦੇ ਲਈ। ਪਹਿਲਾ ਹੈਗਾ ਜਿਹੜੀ ਪ੍ਰੋਸੀਜਰਲ ਫੇਅਰਨੈਸ ਹੈ ਉਹਨੂੰ ਓਬਜ਼ਰਵ ਕੀਤਾ ਗਿਆ ਜਾਂ ਨਹੀਂ ਕੀਤਾ ਗਿਆ। ਸੈਕੰਡ ਤੁਹਾਡੇ ਕੋਲ ਆਪਸ਼ਨ ਹੁੰਦੀ ਹੈ ਵੀ ਤੁਸੀਂ ਕੀ ਇਹਨੂੰ ਲੀਗਲ ਵੈਲਿਡਿਟੀ ਹੈ ਰਿਫਿਊਜ਼ਲ ਦੀ ਉਹਨੂੰ ਚੈਲੰਜ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ। ਕਈ ਕੇਸਿਸ ਦੇ ਵਿੱਚ ਜਿਵੇਂ ਕਿ ਮੈਂ ਐਗਜ਼ਾਮਪਲ ਦੇਵਾਂ ਤਾਂ ਫॉर ਐਗਜ਼ਾਮਪਲ ਤੁਸੀਂ ਆਪਣੇ ਪੇਰੈਂਟਸ ਦੀ ਐਪਲੀਕੇਸ਼ਨ ਲਾਉਨੇ ਹੋ ਮੈਡੀਕਲ ਗਰਾਊਂਡਸ ਤੇ ਉਹਨੂੰ ਰਿਫਿਊਜ਼ ਕਰ ਦਿੰਦੇ ਨੇ ਵੀ ਐਕਸੈਸਿਵ ਬਰਡਨ ਨੇ ਸੈਕਸ਼ਨ 38 ਲਾ ਕੇ ਉਹ ਕਹਿੰਦੇ ਨੇ ਵੀ ਐਕਸੈਸਿਵ ਬਰਡਨ ਹੈਗੇ ਆ ਤਾਂ ਉਹਨਾਂ ਗਰਾਊਂਡਸ ਦੇ ਉੱਤੇ ਜਿਹੜੇ ਵੀ ਅੰਡਰ 65 ਜਿਹੜੀ ਹਿਊਮੈਨਿਟੇਰੀਅਨ ਕੰਪੈਸ਼ਨੇਟ ਪਲੀਡ ਹੈ ਤੁਸੀਂ ਕਰ ਸਕਦੇ ਹੋ ਤਾਂ ਫਿਰ ਤੁਸੀਂ ਇਹ ਪਲੀਡਿੰਗਸ ਜਿਹੜੀਆਂ ਲਿਆ ਸਕਦੇ ਹੋ ਈਵਨ ਦੋ ਤੁਸੀਂ ਜਿਹੜਾ ਟੈਸਟ ਹੈਗਾ ਲੀਗਲ ਵੈਲਿਡਿਟੀ ਦਾ ਉਹ ਵੀ ਫੇਲ ਕਰ ਜਾਂਦੇ ਹੋ ਪਰ ਤਰਸ ਦੇ ਆਧਾਰ ਤੇ ਤੁਹਾਡੀ ਐਪਲੀਕੇਸ਼ਨ ਜਿਹੜੀ ਹੈ ਤੁਹਾਨੂੰ ਸਪੈਸ਼ਲ ਰਿਲੀਫ ਸਟਿਲ ਮਿਲ ਸਕਦਾ ਤੇ ਤੁਹਾਡੇ ਜਿਹੜੀ ਆਊਟਕਮ ਹੈ ਉਹ ਚੇਂਜ ਹੋ ਸਕਦਾ। ਵੀਜ਼ਾ ਆਫਿਸਰ ਦਾ ਜਿਹੜਾ ਕਨਕਲੂਜਨ ਹੈ ਤੁਹਾਨੂੰ ਮਨਾ ਕੀਤਾ ਗਿਆ ਈਵਨ ਦੋ ਤੁਸੀਂ ਬ੍ਰੀਚ ਕੀਤਾ। ਬੇਸਿਕਲੀ ਰਿਫਿਊਜ਼ਲ ਕਿਸੇ ਵੀ ਤਰ੍ਹਾਂ ਦੀ ਹੈ ਉਹ ਗਵਰਨ ਹੁੰਦੀ ਹੈ ਥਰੂ ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਐਕਟ। ਸੋ ਜਿਹੜੇ ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੀ ਕਿਸੇ ਵੀ ਧਾਰਾ ਨੂੰ ਬ੍ਰੀਚ ਕਰਦੇ ਹੋ ਉਹ ਰਿਫਿਊਜ਼ਲ 'ਚ ਜਿਹੜੀ ਹੈ ਟਰਾਂਸਲੇਟ ਹੋ ਜਾਂਦੀ ਹੈ। ਨਾਓ ਤੁਸੀਂ ਹਰੇਕ ਜਿਹੜੀ ਰਿਫਿਊਜ਼ਲ ਹੈ ਜਦੋਂ ਉਹਨੂੰ ਚੈਲੰਜ ਕਰਦੇ ਹੋ ਤਾਂ ਚੈਲੰਜ ਕਰਨ ਦੇ ਲਈ ਤੁਹਾਡੇ ਕੋਲ ਆਬਜੈਕਟਿਵਸ ਹੁੰਦੇ ਨੇ ਵੀ ਕਿਸ ਆਬਜੈਕਟਿਵ ਦੇ ਬੇਸਿਸ ਤੇ ਤੁਸੀਂ ਉਹ ਅਪੀਲ ਕਰਦੇ ਹੋ। ਕਿਸੇ ਕਿਸਮ ਦਾ ਜਦੋਂ ਤੁਹਾਡਾ ਕੇਸ ਰਿਫਿਊਜ਼ ਹੁੰਦਾ ਤਾਂ ਤੁਹਾਡੇ ਕੋਲ ਬਹੁਤ ਵੇ ਆਊਟਸ ਹੁੰਦੇ ਨੇ ਉਹ ਫੁੱਲ ਐਂਡ ਫਾਈਨਲ ਡਿਸੀਜਨ ਨਹੀਂ ਹੈ। ਤੁਹਾਡੇ ਕੋਲ ਬਹੁਤ ਵੇ ਆਊਟਸ ਹੁੰਦੇ ਨੇ। ਮੈਂ ਇਹ ਵੀ ਨਹੀਂ ਕਹੂੰਗਾ ਵੀ ਹਰ ਇੰਡੀਵਿਜੂਅਲ ਜਿਹੜਾ ਹੈਗਾ ਅਪੀਲ ਫਾਈਲ ਕਰਦੇ ਤੇ ਉਹਦਾ ਅਪੀਲ ਜਿਹੜਾ ਸਕਸੈਸਫੁਲ ਹੋ ਜਾਊਗਾ। ਇੰਟਾਇਰਲੀ ਡਿਪੈਂਡ ਕਰਦਾ ਹੈਗਾ ਵੀ ਉਹ ਅਪੀਲ ਕਿਹੜੇ ਜੁਰਿਸਡਿਕਸ਼ਨ ਦੇ ਵਿੱਚ ਹੋ ਰਹੀ ਹੈ। ਫॉर ਐਗਜ਼ਾਮਪਲ ਜੇ ਉਹ ਫੈਡਰਲ ਕੋਰਟ 'ਚ ਹੋ ਰਹੀ ਹੈ ਤਾਂ ਡੈਫੀਨੇਟਲੀ ਜਿਹੜੀ ਉਹਦੀ ਅਸੈਸਮੈਂਟ ਹੈ ਉਹ ਬਿਲਕੁਲ ਹੀ ਡਿਫਰੈਂਟ ਹੈ ਦੈਨ ਯੂ ਆਰ ਸੀਕਿੰਗ ਅ ਜੁਡੀਸ਼ੀਅਲ ਰਿਵਿਊ ਜਿਹਦਾ ਕਿ ਤੁਸੀਂ ਨਿਊ ਐਵੀਡੈਂਸ ਲਿਆ ਕੇ ਇੰਟਰੋਡਿਊਸ ਨਹੀਂ ਕਰ ਸਕਦੇ ਆਫਟਰ ਰਿਫਿਊਜ਼ਲ। ਬਟ ਜਿਹੜੀਆਂ ਟ੍ਰਿਬਿਊਨਲ ਦੇ ਵਿੱਚ ਅਪੀਲਸ ਹੁੰਦੀਆਂ ਨੇ ਉੱਥੇ ਬਿਲਕੁਲ ਤੁਹਾਨੂੰ ਜਿਹੜਾ ਇਹ ਡਿਨੋਵੋ ਹੀਅਰਿੰਗਸ ਨੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜੀ ਵੀ ਡਿਨੋਵੋ ਹੀਅਰਿੰਗ ਹੈ ਉਹਦੇ 'ਚ ਤੁਸੀਂ ਨਵਾਂ ਐਵੀਡੈਂਸ ਲਿਆ ਕੇ ਰੱਖ ਸਕਦੇ ਹੋ। ਫॉर ਐਗਜ਼ਾਮਪਲ ਵਿਆਹ ਦਾ ਕੇਸ ਕਿਸੇ ਨੇ ਫਾਈਲ ਕੀਤਾ ਤੇ ਵਿਆਹ ਦਾ ਕੇਸ ਉਹਦਾ ਰਿਫਿਊਜ਼ ਹੋ ਗਿਆ ਉਸ ਤੋਂ ਬਾਅਦ ਉਹ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਦੇ ਵਿੱਚ ਅਪੀਲ ਫਾਈਲ ਕਰ ਦਿੰਦਾ ਵਿਦਨ 30 ਡੇਜ਼ ਤਾਂ ਫਿਰ ਨਵਾਂ ਐਵੀਡੈਂਸ ਉਹ ਲਿਆ ਕੇ ਰੱਖ ਸਕਦਾ ਜਿਹੜਾ ਕਿ ਪ੍ਰੀਵੀਅਸਲੀ ਉਹਨੇ ਸਬਮਿਟ ਨਹੀਂ ਕੀਤਾ ਸੀ ਬਿਫੋਰ ਜਦੋਂ ਵੀ ਉਹਨੇ ਸਪਾਂਸਰਸ਼ਿਪ ਐਪਲੀਕੇਸ਼ਨ ਕੀਤੀ ਸੀ। ਤਾਂ ਉਸ ਸਮੇਂ ਦੇ ਵਿੱਚ ਜਿਹੜੀ ਤੁਸੀਂ ਨਵਾਂ ਐਵੀਡੈਂਸ ਇੰਟਰੋਡਿਊਸ ਕਰਦੇ ਹੋ ਤਾਂ ਤੁਹਾਡੇ ਲਈ ਬਹੁਤ ਫੇਵਰੇਬਲ ਚਾਂਸਸ ਹੁੰਦੇ ਨੇ ਕਿਉਂਕਿ ਤੁਹਾਨੂੰ ਪਤਾ ਹੁੰਦਾ ਵੀ ਪ੍ਰੀਵੀਅਸ ਮੇਰੇ ਗਰਾਊਂਡਸ ਕੀ ਸੀ ਰਿਫਿਊਜ਼ਲ ਤੇ ਮੈਂ ਉਹਨਾਂ ਨੂੰ ਓਵਰਕਮ ਕਿਵੇਂ ਕਰ ਰਿਹਾ। ਆਫ ਕੋਰਸ ਜਿਹੜੀ ਤੁਹਾਡੀ ਕ੍ਰਾਸ ਐਗਜ਼ਾਮੀਨੇਸ਼ਨ ਤਾਂ ਆਲਵੇਜ਼ ਤੁਸੀਂ ਟੈਸਟ ਤੇ ਪੈਂਦੇ ਹੋ ਟਰਾਇਲ ਦੇ ਮੌਕੇ ਤੇ ਤੁਹਾਨੂੰ ਕ੍ਰਾਸ ਐਗਜ਼ਾਮਨ ਕੀਤਾ ਜਾਂਦਾ ਈਵਨ ਡਾਇਰੈਕਟ ਐਗਜ਼ਾਮੀਨੇਸ਼ਨ ਵੀ ਹੁੰਦਾ ਬਟ ਕ੍ਰਾਸ ਐਗਜ਼ਾਮਨ 'ਚ ਜੇ ਤੁਸੀਂ ਫੇਲ ਕਰ ਜਾਂਦੇ ਹੋ
ਤਾਂ ਐਵੀਡੈਂਸ ਜਿਹੜਾ ਨੇ ਉਹ ਸੈਟ ਅਸਾਈਡ ਹੋ ਸਕਦੇ ਨੇ। ਫੋਰ ਐਗਜ਼ਾਮਪਲ ਜਿਵੇਂ ਜ਼ਿਆਦਾ ਕਨਫਿਊਜ਼ ਨਾ ਕਰਦਾ ਹੋਵਾਂ, ਜਿਵੇਂ ਵਿਆਹ ਦੇ ਕੇਸ ਤੁਸੀਂ ਐਵੀਡੈਂਸ ਦਿੰਦੇ ਹੋ ਵੀ ਮੈਂ ਆਪਣੀ ਵਾਈਫ ਦੇ ਨਾਲ ਕਮਿਊਨੀਕੇਸ਼ਨ ਰੱਖਿਆ, ਤਾਂ ਉਦੋਂ ਤੁਸੀਂ ਬਹੁਤ ਜ਼ਿਆਦਾ ਜਿਹੜੇ ਬਿੱਲ ਨੇ ਜਾਂ ਬੈਕ ਐਂਡ ਫੋਰਥ ਜਿਹੜੀ ਕਮਿਊਨੀਕੇਸ਼ਨ ਆ ਉਹ ਤੁਸੀਂ ਦਿਖਾ ਦਿੰਦੇ ਹੋ, WhatsApp ਦੇ ਥਰੂ ਮੈਸੇਜਿੰਗ ਦਿਖਾ ਦਿੰਦੇ ਹੋ। ਸੋ ਕਾਫੀ ਤੁਹਾਡੇ ਕੋਲ ਸਬਸਟੈਂਸ਼ੀਅਲ ਐਵੀਡੈਂਸ ਹੈ ਜਿਹੜਾ ਇਹ ਸਾਬਤ ਕਰਦਾ ਵੀ ਤੁਹਾਡੀ ਕਮਿਊਨੀਕੇਸ਼ਨ ਐਗਜ਼ਿਸਟ ਕਰਦੀ ਹੈ। ਬਟ ਜੇ ਤੁਸੀਂ ਕ੍ਰਾਸ ਐਗਜ਼ਾਮੀਨੇਸ਼ਨ 'ਚ ਫੇਲ ਹੋ ਜਾਂਦੇ ਹੋ ਵੀ ਆਪਣੀ ਨੌਲੇਜ ਡਿਸਪਲੇ ਨਹੀਂ ਕਰ ਪਾਉਂਦੇ ਉਸ ਮੌਕੇ, ਜਿਹੜੀ ਕਿ ਬੇਸਿਕ ਨੌਲੇਜ ਦੋ ਰਿਲੇਸ਼ਨਸ਼ਿਪ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਫਿਰ ਤੁਹਾਡੇ ਜਿਹੜਾ ਐਵੀਡੈਂਸ ਉਹ ਸੈਟ ਅਸਾਈਡ ਹੋ ਜਾਂਦਾ, ਬਿਕੋਜ਼ ਤੁਹਾਡੀ ਆਪਸ ਜਿਹੜੀ ਇਸ਼ੂਜ਼ ਆ ਗਏ, ਕ੍ਰੈਡੀਬਿਲਿਟੀ ਦੇ ਇਸ਼ੂਜ਼ ਆ ਗਏ ਔਰ ਤੁਹਾਨੂੰ ਆਪਸ 'ਚ ਕੋਈ ਨੌਲੇਜ ਹੈ ਨਹੀਂ ਹੈ। ਸੋ ਐਵੀਡੈਂਸ ਤਾਂ ਕੋਈ ਵੀ ਕ੍ਰੀਏਟ ਕੀਤਾ ਜਾ ਸਕਦਾ। ਦੋ ਇੰਡੀਵਿਜੂਅਲ ਜੇ ਉਹਨਾਂ ਨੇ ਪ੍ਰੂਵ ਕਰਨਾ ਵੀ ਫੋਨ ਤੇ ਗੱਲ ਕਰ ਰਹੇ ਨੇ, ਤਾਂ ਉਹ ਸਿਰਫ ਐਂਡ ਸਿਰਫ ਇੱਕ ਪੇਪਰ ਐਵੀਡੈਂਸ ਹੈਗਾ ਜਿਹੜਾ ਤੁਸੀਂ ਦਿੱਤਾ। ਪਰ ਇਹ ਜਿਹੜਾ ਟੈਸਟ ਦੇ ਵਿੱਚ ਪੈਂਦਾ ਇੰਡੀਵਿਜੂਅਲ ਕ੍ਰਾਸ ਐਗਜ਼ਾਮਿਨ ਦੇ ਵਕਤ ਜਿਹੜਾ ਹੈਗਾ ਤੁਹਾਨੂੰ ਟੈਸਟ ਕਰਿਆ ਜਾਂਦਾ। ਡਾਇਰੈਕਟ ਐਗਜ਼ਾਮੀਨੇਸ਼ਨ ਦੇ ਵਿੱਚ ਵੀ ਇਹ ਕੁਐਸਚਨਿੰਗ ਹੁੰਦੀ ਹੈ, ਤੁਹਾਨੂੰ ਟੈਸਟ ਕਰਿਆ ਜਾ ਸਕਦਾ। ਸੋ ਕੋਈ ਵੀ ਤੁਹਾਡਾ ਕੇਸ ਰਿਫਿਊਜ਼ ਹੁੰਦਾ ਤਾਂ ਰਿਫਿਊਜ਼ ਹੋਣ ਤੋਂ ਬਾਅਦ ਉਹ ਲਾਸਟ ਡਿਸੀਜਨ ਨਹੀਂ ਹੈ, ਉਹ ਤੋਂ ਬਾਅਦ ਵੀ ਤੁਹਾਡੇ ਕੋਲ ਆਪਸ਼ਨਸ ਹੁੰਦੀਆਂ ਨੇ, ਤੁਸੀਂ ਆਪਣਾ ਕੇਸ ਜਿਹੜਾ ਹੈਗਾ ਦੁਬਾਰਾ ਟਰੈਕ ਤੇ ਲੈ ਕੇ ਆ ਸਕਦੇ ਹੋ। ਬਿਲਕੁਲ, ਜਿਵੇਂ ਤੁਸੀਂ ਦੱਸਿਆ ਹੈਗਾ ਕਿ ਕ੍ਰਾਸ ਐਗਜ਼ਾਮੀਨੇਸ਼ਨਸ ਹੁੰਦੀਆਂ ਨੇ, ਕਈ ਵਾਰ ਉਸ ਤੋਂ ਵੀ ਫੇਲ ਹੋ ਜਾਂਦੇ ਨੇ, ਫਿਰ ਉਹ ਚਾਹੁੰਦੇ ਨੇ ਕਿ ਅਸੀਂ ਅਪੀਲ ਕਰ ਲਈਏ। ਹੁਣ ਇੱਥੇ ਕੁਐਸਚਨ ਜਿਹੜਾ, ਜੇ ਅਸੀਂ ਰਿਫਿਊਜ਼ਲ ਦੀ ਗੱਲ ਕਰ ਹੀ ਰਹੇ ਹਾਂ, ਇੱਥੇ ਹੁਣ ਕੁਐਸਚਨ ਫਿਰ ਸਾਡੇ ਦਿਮਾਗ ਦੇ ਵਿੱਚ ਆਉਂਦਾ ਹੈ, ਜੇ ਮੰਨ ਲਓ ਸਾਡਾ ਇੱਕ ਵਾਰ ਰਿਫਿਊਜ਼ ਹੋ ਗਿਆ, 2 ਵਾਰ ਰਿਫਿਊਜ਼ ਹੋ ਗਿਆ, ਸੋ ਕਿੰਨੇ ਕੁ ਵਾਰੀ ਸਾਨੂੰ ਅਟੈਂਪਟ ਕਰਨ ਨੂੰ ਦਿੱਤਾ ਜਾਂਦਾ ਉਹਨਾਂ ਵੱਲੋਂ ਕਿ ਅਸੀਂ ਦੁਬਾਰਾ ਉਹਨਾਂ ਨੂੰ ਅਪੀਲ ਕਰ ਸਕਦੇ ਹੈਗੇ ਆ? ਕਿੰਨੇ ਕੁ ਚਾਂਸਸ ਹੁੰਦੇ ਆ ਸਾਡੇ ਕੋਲ ਕਿ ਜਦੋਂ ਜੇ ਅਸੀਂ 3-4 ਵਾਰ ਅਸੀਂ ਅਪੀਲ ਕਰ ਲਿਆ, ਕੀ ਅਸੀਂ 5ਵੀਂ ਵਾਰ ਵੀ ਅਪੀਲ ਕਰ ਸਕਦੇ? ਦੈਟਸ ਅ ਗੁੱਡ ਕੁਐਸਚਨ। ਦੇਖੋ, ਜਦੋਂ ਵੀ ਤੁਹਾਡੀ ਐਪਲੀਕੇਸ਼ਨ ਡਿਨਾਈ ਹੁੰਦੀ ਆ, ਦੇयर इज ਅ ਲਿਮਿਟੇਸ਼ਨ ਪੀਰੀਅਡ, ਤੁਸੀਂ ਕਿੰਨੇ ਦਿਨਾਂ 'ਚ ਜਿਹੜਾ ਹੈਗਾ ਉਹ ਡਿਸੀਜਨ ਨੂੰ ਚੈਲੰਜ ਕਰਦੇ ਹੋ। ਬਿਲਕੁਲ। ਨਾਓ ਜੇ ਤੁਸੀਂ ਚੈਲੰਜ ਨਹੀਂ ਕਰਦੇ ਤਾਂ ਫਿਰ ਤੁਸੀਂ ਵੀਜ਼ਾ ਆਫਿਸਰ ਦਾ ਜਿਹੜਾ ਕਨਕਲੂਜਨ ਸੀ ਉਹਨੂੰ ਐਕਸੈਪਟ ਕਰਦੇ ਹੋ, ਠੀਕ ਹੈ। ਜਦੋਂ ਤੁਸੀਂ ਉਹਨੂੰ ਐਕਸੈਪਟ ਕਰਦੇ ਹੋ ਤਾਂ ਫਿਰ ਇੱਕ ਟਰਮ ਯੂਜ਼ ਕੀਤੀ ਜਾਂਦੀ ਹੈ, ਰੈਸ ਜੁਡੀਕਾਟਾ। ਇੱਕ ਟਰਮ ਯੂਜ਼ ਕੀਤੀ ਜਾਂਦੀ ਹੈ, ਰੈਸ ਜੁਡੀਕਾਟਾ। ਉਹਦਾ ਮਤਲਬ ਇਹ ਹੈਗਾ ਵੀ ਡਿਸੀਜਨ ਔਨ ਡਿਸੀਜਨ ਨਹੀਂ ਬਣਦਾ ਅੰਟਿਲ ਐਂਡ ਅਨਲੈਸ ਤੁਹਾਡੇ ਸਰਕਮਸਟੈਂਸਸ ਚੇਂਜ ਨਾ ਹੋ ਜਾਣ ਜਾਂ ਪਾਰਟੀਜ਼ ਨਾ ਬਦਲ ਜਾਣ। ਹੁਣ ਮੈਨੂੰ ਸਿੰਪਲ ਵਰਡਸ 'ਚ ਸਮਝਾਵਾਂ, ਜਿਵੇਂ ਤੁਸੀਂ ਵਿਜ਼ਟਰ ਵੀਜ਼ਾ ਦੀ ਐਪਲੀਕੇਸ਼ਨ ਫਾਈਲ ਕਰਤੀ, ਤਾਂ ਤੁਸੀਂ ਐਪਲੀਕੇਸ਼ਨ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲ ਗਿਆ, ਨੈਗੇਟਿਵ ਰਿਜ਼ਲਟ ਮਿਲ ਗਿਆ, ਉਹਨਾਂ ਨੇ ਕਹਿਤਾ ਵੀ ਇਹ ਇੰਡੀਵਿਜੂਅਲ ਨੇ ਜਾ ਕੇ ਕੈਨੇਡਾ ਤੋਂ ਵਾਪਸ ਨਹੀਂ ਆਉਣਾ। ਸੋ ਤੁਸੀਂ ਇੱਕ ਹੋਰ ਐਪਲੀਕੇਸ਼ਨ ਉਹ ਤੋਂ ਬਾਅਦ ਫਿਰ ਫਾਈਲ ਕਰ ਦਿੰਦੇ ਹੋ, ਤਾਂ ਫਿਰ ਸਿਮਿਲਰ ਰਿਫਿਊਜ਼ਲ ਹੀ ਤੁਹਾਨੂੰ ਦੇਖਣ ਨੂੰ ਮਿਲੇਗੀ, ਉਹਦੇ ਚੇਂਜ ਨਹੀਂ ਆਏਗਾ, ਕਿਉਂਕਿ ਪਾਰਟੀ ਸੇਮ ਹੈ। ਸਰਕਮਸਟੈਂਸਸ ਜੇ ਤੁਸੀਂ ਇਸਟੈਬਲਿਸ਼ ਨਹੀਂ ਕੀਤੇ, ਸਰਕਮਸਟੈਂਸਸ ਤੁਸੀਂ ਇਸ ਲਈ ਪ੍ਰੂਵ ਕਰੋਗੇ ਵੀ ਚੇਂਜ ਹੋ ਗਏ ਜੇ ਤੁਹਾਨੂੰ ਪਤਾ ਹੋਊਗਾ ਵੀ ਫਰਸਟ ਐਪਲੀਕੇਸ਼ਨ 'ਚ ਮੇਰੇ ਤੋਂ ਕੀ ਮਿਸਟੇਕ ਹੋਈ ਸੀ। ਨਾਓ ਜਦੋਂ ਵੀ ਵੀਜ਼ਾ ਆਫਿਸਰ ਤੁਹਾਡੀ ਐਪਲੀਕੇਸ਼ਨ ਨੂੰ ਡਿਨਾਈ ਕਰਦਾ, ਦੇयर ਇਜ਼ ਅ ਪ੍ਰਿੰਸੀਪਲ ਵੀ ਆਫਿਸਰ ਨੂੰ, ਜਿਵੇਂ ਕਿ ਰੈਕਡ ਕੀਪਿੰਗ ਹੈਗਾ ਪ੍ਰਿੰਸੀਪਲ ਦਾ, ਜਿੱਥੇ ਉਹਨਾਂ ਨੂੰ ਇੰਡੀਵਿਜੂਅਲ ਦੀ ਹਰ ਜਿਹੜੀ ਨੋਟਸ ਨੇ ਉਹ ਲਿਖਣੇ ਪੈਂਦੇ ਨੇ ਵੀ ਉਹਦਾ ਬੇਸਿਸ ਕੀ ਹੈ। ਜਿਹੜਾ ਇੰਡੀਵਿਜੂਅਲ ਨੂੰ ਰਿਜ਼ਲਟ ਮਿਲਦਾ, ਜਿਹੜੀ ਉਹ ਰਿਫਿਊਜ਼ਲ ਮਿਲਦੀ ਹੈ, ਦੈਟ ਇਜ਼ ਜਸਟ ਅ ਰਿਜ਼ਲਟ, ਜਿਹੜਾ ਕਿ ਇੱਕ ਬੜਾ ਸਟੈਂਡਰਡ ਲੈਟਰ ਹੈ ਜਿੱਥੇ ਉਹਨੂੰ ਲਿਖਿਆ ਹੁੰਦਾ ਵੀ ਤੁਸੀਂ 179 ਬ੍ਰੀਚ ਕਰ ਗਏ, ਤੁਸੀਂ ਜਾ ਕੇ ਵਾਪਸ ਨਹੀਂ ਆਓਗੇ। ਤਾਂ ਇਹ ਜਿਹੇ ਰੀਜ਼ਨਸ ਲਾਏ ਹੁੰਦੇ ਆ। ਸੋ ਜਦੋਂ ਤੁਸੀਂ ਇਨ ਡੈਪਥ ਐਨਾਲਿਸਿਸ ਕਰਦੇ ਹੋ ਤਾਂ ਤੁਸੀਂ ਵੀਜ਼ਾ ਆਫਿਸਰ ਤੋਂ ਨੋਟਸ ਐਕਸੈਸ ਕਰ ਸਕਦੇ ਹੋ। ਸੋ ਵਾਂਸ ਯੂ ਹੈਵ ਦੋਜ਼ ਨੋਟਸ ਤਾਂ ਤੁਹਾਨੂੰ ਇਹ ਪਤਾ ਹੋਊਗਾ ਵੀ ਨੈਕਸਟ ਐਪਲੀਕੇਸ਼ਨ ਮੈਂ ਕਰਨ ਜਾ ਰਿਹਾ, ਮੈਂ ਪ੍ਰੂਵ ਕਰਾਂ ਪਹਿਲਾਂ ਵੀ ਮੇਰੇ ਤੇ ਰੈਸ ਜੁਡੀਕਾਟਾ ਐਪਲੀਕੇਬਲ ਨਹੀਂ ਹੈ ਨਾ। ਉਹਦੇ ਲਈ ਤੁਸੀਂ ਪਾਰਟੀ ਤਾਂ ਸੇਮ ਹੈ ਕਿਉਂਕਿ ਸੇਮ ਇੰਡੀਵਿਜੂਅਲ ਦੁਬਾਰਾ ਅਪਲਾਈ ਕਰ ਰਿਹਾ, ਤਾਂ ਫਿਰ ਤੁਹਾਡੇ ਕੋਲ ਓਨਲੀ ਚੋਇਸ ਹੁੰਦੀ ਹੈ ਵੀ ਤੁਸੀਂ ਸੈਕੰਡ ਜਿਹੜੀ ਪ੍ਰੋਂਗ ਹੈ ਉਹਨੂੰ ਮਿਲਦੇ ਹੋ, ਉਹਦਾ ਟੈਸਟ ਨੂੰ ਮੀਟ ਕਰਦੇ ਹੋ ਵੀ ਸਰਕਮਸਟੈਂਸ ਬਦਲ ਗਏ। ਬਿਲਕੁਲ। ਤੇ ਨਾਲ ਹੁਣ ਅਸੀਂ ਇੱਥੇ ਸਾਰੀ ਆਡੀਅנס ਹੈ ਜਿਹੜੀ ਉਹਨਾਂ ਨੂੰ ਵੀ ਦੱਸ ਦਈਏ ਕਿ ਜੇ ਤੁਹਾਡਾ ਰਿਫਿਊਜ਼ ਹੋ ਜਾਂਦਾ ਕੇਸ ਤਾਂ ਤੁਹਾਨੂੰ ਡਰਨ ਦੀ ਲੋੜ ਨਹੀਂ ਹੈਗੀ, ਤੇ ਆਪਸ਼ਨਸ ਹੈਗੇ ਨੇ। ਕਿਉਂਕਿ ਅਸੀਂ ਇੱਕ ਵਾਰ ਡਰ ਜਾਂਦੇ ਹਾਂ ਕਿ 2 ਵਾਰ ਫਾਈਲ ਹੋ ਗਈ, ਫਿਰ ਸਾਡੇ ਦਿਮਾਗ ਦੇ ਵਿੱਚ ਇਹ ਵੀ ਕੁਐਸਚਨ ਆਉਂਦਾ ਹੈਗਾ ਆ ਕਿ ਸਾਡਾ 2-3 ਵਾਰ ਰਿਫਿਊਜ਼ ਹੋ ਗਿਆ ਹੈ, ਸ਼ਾਇਦ ਸਾਡੇ ਲਈ ਪਰਮਾਨੈਂਟ ਰਾਹ ਨਾ ਬੰਦ ਹੋ ਜਾਏ, ਫਿਰ ਅਸੀਂ ਹੋਰ ਰਾਹ ਲੱਭਣੇ ਸ਼ੁਰੂ ਕਰ ਦਿੰਦੇ ਹਾਂ, ਹੋਰ ਵੇਜ਼ ਲੱਭਣੇ ਸ਼ੁਰੂ ਕਰ ਦਿੰਦੇ ਹਾਂ। ਜੇ ਇਸ ਵੇ ਦੇ ਨਾਲ ਸਾਡਾ ਬਾਹਰ ਦਾ ਨਹੀਂ ਬਣਿਆ ਤਾਂ ਅਸੀਂ ਇਸ ਵੇ ਦੇ ਨਾਲ ਬਣਾ ਲੈਂਦੇ ਹਾਂ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਮੀਗ੍ਰੇਸ਼ਨ ਦੇ ਵਿੱਚ ਕਈ ਵਾਰੀ ਅਸੀਂ ਆਪਣੇ ਕੇਸ ਨੂੰ ਖਰਾਬ ਵੀ ਕਰ ਲੈਂਦੇ ਹਾਂ ਕਿ ਤੁਹਾਡੇ ਪਰਮਾਨੈਂਟ ਜਿਹੜਾ ਹੈਗਾ ਉਹ ਲੱਗ ਜਾਂਦੀ ਹੈ ਰਿਸਟ੍ਰਿਕਸ਼ਨ। ਅਜਿਹੇ ਕੇਸਾਂ ਦੇ ਵਿੱਚ ਕੀ ਹੁੰਦਾ ਜੇ ਉਹਨਾਂ ਨੂੰ ਪਰਮਾਨੈਂਟਲੀ ਰਿਸਟ੍ਰਿਕਸ਼ਨ ਜਿਹੜੀ ਉਹ ਲੱਗ ਜਾਂਦੀ ਹੈ? ਜੀ, ਇਫ ਯੂ ਆਰ ਬਾਰਡ ਲਾਈਕ ਫॉर ਐਗਜ਼ਾਮਪਲ, ਇਹਦੇ ਜੇ ਕਿਸੇ ਇੰਡੀਵਿਜੂਅਲ ਨੂੰ ਕੈਨੇਡਾ ਆਉਣ ਤੋਂ ਰੋਕਿਆ ਜਾਂਦਾ ਤਾਂ ਉਹਦੇ ਕਈ ਕਾਰਨ ਨੇ, ਔਰ ਕਈ ਜਿਹੜੀ ਬਾਰ ਉਹ ਡਿਫਰੈਂਟ ਤਰ੍ਹਾਂ ਦੀ ਹੋ ਸਕਦੀ ਹੈ। ਫॉर ਐਗਜ਼ਾਮਪਲ, ਜੇ ਤੁਸੀਂ ਮਿਸਰਿਪਰੈਜ਼ੈਂਟ ਕਰਤਾ ਆਪਣੀ ਐਪਲੀਕੇਸ਼ਨ ਦੇ ਵਿੱਚ,
ਹੁਣ ਜਿਹੜੀ ਮਿਸਰਿਪ੍ਰੈਜ਼ੈਂਟੇਸ਼ਨ ਦੀ ਪੈਨਲਟੀਜ਼ ਨੇ, ਜਿਹੜੀ ਇਹ ਧਾਰਾ 40 ਦੇ ਵਿੱਚ ਉਹ ਮਿਸਰਿਪ੍ਰੈਜ਼ੈਂਟੇਸ਼ਨ ਡਿਫਾਈਨਡ ਹੈ ਵੀ ਕਿਸੇ ਕਿਸਮ ਦਾ ਵੀ ਤੁਸੀਂ ਡਾਇਰੈਕਟਲੀ ਔਰ ਇਨਡਾਇਰੈਕਟਲੀ ਤੁਸੀਂ ਕੋਈ ਗਲਤ ਇਨਫੋਰਮੇਸ਼ਨ ਦਿੰਦੇ ਹੋ ਡਾਇਰੈਕਟਲੀ ਔਰ ਇਨਡਾਇਰੈਕਟਲੀ, ਤਾਂ ਉਹਦਾ ਆਊਟਕਮ ਇਹ ਹੈਗਾ ਸੈਕਸ਼ਨ 41 ਦੇ ਅੰਦਰ, ਜਿੱਥੇ ਉਹਦਾ ਕਨਕਲੂਜਨ ਇਹ ਹੈਗਾ ਜਾਂ ਪੀਨਲਾਈਜ਼ ਤੁਹਾਨੂੰ ਕਰਿਆ ਜਾਂਦਾ ਵੀ ਤੁਹਾਨੂੰ 5 ਈਅਰ ਦਾ ਜਿਹੜਾ ਬਾਰ ਹੈ ਉਹ ਲਾਇਆ ਜਾਂਦਾ। ਨਾ ਇਹ ਪਨਿਸ਼ਮੈਂਟ ਕਾਫੀ ਹਾਰਸ਼ ਹੈ, ਇਟਸ ਅ ਵੈਰੀ ਹਾਰਸ਼ ਪਨਿਸ਼ਮੈਂਟ। ਬਹੁਤ ਇਹੋ ਜਿਹੇ ਕੇਸਿਸ ਨੇ ਜਿੱਥੇ ਇੰਡੀਵਿਜੂਅਲ ਕਹਿੰਦਾ ਮੇਰੇ ਤੋਂ ਇਨਐਡਵਰਟੈਂਟ ਗਲਤੀ ਹੋ ਗਈ। ਔਰ ਸੈਕਿੰਡ ਪੋਜੀਸ਼ਨ ਜਿਹੜੀ ਕਿ ਬਹੁਤ ਕਾਮਨ ਹੈ, ਸਪੈਸ਼ਲੀ ਜਿੱਥੇ ਥਰਡ ਪਾਰਟੀ ਇਨਵੋਲਵ ਹੈ, ਜਿੱਥੇ ਕੋਈ ਲਾਇਰ ਇਨਵੋਲਵ ਹੈ ਜਾਂ ਕੰਸਲਟੈਂਟ ਇਨਵੋਲਵ ਹੈ ਜਾਂ ਕੋਈ ਈਵਨ ਅਨਰੈਗੂਲੇਟਡ ਇੰਡੀਵਿਜੂਅਲ ਵੀ ਇਨਵੋਲਵਡ ਹੈ, ਤਾਂ ਉਹ ਫਿਰ ਫਿੰਗਰ ਪੁਆਇੰਟਿੰਗ ਸ਼ੁਰੂ ਹੋ ਜਾਂਦੀ ਹੈ। ਉਹ ਫਿਰ ਇੰਡੀਵਿਜੂਅਲ ਜਿਹੜਾ ਪ੍ਰਿੰਸੀਪਲ ਐਪਲੀਕੈਂਟ ਹੈ ਉਹ ਕਹਿੰਦਾ ਵੀ ਜਿਹੜੀ ਐਪਲੀਕੇਸ਼ਨ 'ਚ ਇਨਫੋਰਮੇਸ਼ਨ ਦਿੱਤੀ ਗਈ ਹੈ ਉਹ ਮੇਰੇ ਵੱਲੋਂ ਨਹੀਂ ਦਿੱਤੀ ਗਈ, ਉਹ ਕਿਸੇ ਥਰਡ ਪਾਰਟੀ ਵੱਲੋਂ ਦਿੱਤੀ ਗਈ ਹੈ ਤੇ ਮੈਂ ਤੁਹਾਨੂੰ ਸਹੀ ਇਨਫੋਰਮੇਸ਼ਨ ਦਿੱਤੀ ਸੀ। ਨਾ ਇਹ ਜਿਹੜੀ ਪੋਜੀਸ਼ਨ ਤੁਸੀਂ ਲੈਂਦੇ ਹੋ, ਇਹਦੇ ਨਾਲ ਤੁਹਾਡੇ ਕੇਸ ਦੇ ਉੱਤੇ ਜਾਂ ਤੁਹਾਡੀ ਜਿਹੜੀ ਇੰਟੈਂਟ ਟੂ ਰਿਫਿਊਜ਼ਲ ਦੀ ਲੈਟਰ ਜਿਹੜੀ ਕਿ ਤੁਹਾਨੂੰ ਇਸ਼ੂ ਹੁੰਦੀ ਹੈ, ਇਹ ਮੈਂ ਥੋੜਾ ਐਕਸਪਲੇਨ ਕਰਨਾ ਚਾਹੂੰਗਾ ਜੀ। ਜਿੰਨੀ ਵੀ ਜਦੋਂ ਵੀ ਤੁਹਾਨੂੰ ਕੋਈ ਹਾਰਸ਼ ਪਨਿਸ਼ਮੈਂਟ ਦਿੱਤੀ ਜਾਂਦੀ ਹੈ, ਇੱਕ ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਐਕਟ ਦਾ ਪਾਲਿਸੀ ਇੰਟੈਂਟ ਹੈ ਵੀ ਤੁਹਾਨੂੰ ਇੱਕ ਓਪਰਚੁਨਿਟੀ ਮਿਲਣੀ ਚਾਹੀਦੀ ਹੈ, ਓਪਰਚੁਨਿਟੀ ਮਿਲੇ ਜਿੱਥੇ ਤੁਸੀਂ ਆਪਣੀ ਪੋਜੀਸ਼ਨ ਕਲੀਅਰ ਕਰ ਸਕੋ। ਨਾ ਜਿਹੜੀ ਓਪਰਚੁਨਿਟੀ ਮਿਲਦੀ ਹੈ, ਵੀਜ਼ਾ ਆਫਿਸਰ ਪਹਿਲਾਂ ਤੁਹਾਨੂੰ ਐਰਰ ਦੇ ਬਾਰੇ ਐਕਸਪਲੇਨ ਕਰਦਾ ਵੀ ਤੁਹਾਡੇ ਤੋਂ ਐਰਰ ਹੋਈ ਕੀ ਸੀ। ਨਾ ਇਸ ਦੇ ਨਾਲ ਫਿਰ ਤੁਹਾਨੂੰ ਦੱਸਿਆ ਜਾਂਦਾ ਵੀ 30 ਡੇਜ਼ ਦੇ ਅੰਦਰ ਤੁਸੀਂ ਆਪਣੀ ਪੋਜੀਸ਼ਨ ਕਲੀਅਰ ਕਰੋ। ਜੇ ਤੁਹਾਡੀ ਪੋਜੀਸ਼ਨ ਸਟਿਲ ਆਫਿਸਰ ਦਾ ਜਿਹੜਾ ਡਿਸੀਜਨ ਹੈ ਉਹਨੂੰ ਚੇਂਜ ਨਹੀਂ ਕਰ ਪਾਈ, ਤਾਂ ਫਿਰ ਤੁਹਾਨੂੰ 5 ਸਾਲ ਲਈ ਬਾਰ ਕੀਤਾ ਜਾਊਗਾ। ਨਾ ਜਿਹੜੀ ਉਹਨੂੰ ਉਸ ਲੈਟਰ ਨੂੰ ਇੰਟੈਂਟ ਟੂ ਰਿਫਿਊਜ਼ ਲੈਟਰ ਕਹਿੰਦੇ ਆ। ਨਾ ਜੇ ਤੁਹਾਨੂੰ ਇੰਟੈਂਟ ਟੂ ਰਿਫਿਊਜ਼ ਲੈਟਰ ਆਈ ਹੈ, ਉਹ ਬਹੁਤ ਇੰਪੋਰਟੈਂਟ ਲੈਟਰ ਹੈ, ਬਹੁਤ ਇੰਪੋਰਟੈਂਟ ਪੀਸ ਆਫ ਐਵੀਡੈਂਸ ਹੈ, ਕਿਉਂਕਿ ਉਹ ਤੁਹਾਡਾ ਸਾਰਾ ਕੇਸ ਦਾ ਉਹ ਬੇਸ ਹੈ। ਬਿਕਾਜ਼ ਜੇ ਤੁਸੀਂ ਵੀਜ਼ਾ ਆਫਿਸਰ ਦੀ ਉਸ ਵਕਤ ਆਪਣਾ ਜਿਹੜੀ ਡਿਸੀਜਨ ਉਹਨੂੰ ਡਿਫੈਂਡ ਨਾ ਕਰ ਪਾਏ ਜਾਂ ਜਿਹੜੀ ਐਰਰ ਹੈ ਉਹਨੂੰ ਓਵਰਕਮ ਨਾ ਕਰ ਪਾਏ, ਤਾਂ ਤੁਹਾਨੂੰ 5 ਸਾਲ ਲਈ ਬੈਨ ਕੀਤਾ ਜਾਊਗਾ। ਪਲੱਸ ਜੇ ਤੁਸੀਂ ਜੁਡੀਸ਼ੀਅਲ ਰਿਵਿਊ ਸੀਕ ਕਰਦੇ ਹੋ, ਉਸ ਐਪਲੀਕੇਸ਼ਨ ਦਾ ਤੁਸੀਂ ਜੁਡੀਸ਼ੀਅਲ ਰਿਵਿਊ ਸੀਕ ਕਰਨਾ ਤਾਂ ਫਿਰ ਤੁਸੀਂ ਨਵਾਂ ਐਵੀਡੈਂਸ ਲਿਆ ਕੇ ਨਹੀਂ ਰੱਖ ਸਕਦੇ, ਫਿਰ ਆਪਣੀ ਪੋਜੀਸ਼ਨ ਵੀ ਨਹੀਂ ਬਦਲ ਸਕਦੇ। ਤਾਂ ਉਹਦਾ ਡਿਸਐਡਵਾਂਟੇਜ ਸਭ ਤੋਂ ਬੜੀ ਇਹ ਹੈ ਵੀ ਤੁਸੀਂ ਪਹਿਲਾਂ ਜਦੋਂ ਐਵੀਡੈਂਸ ਦਿੱਤਾ ਸੀ ਉਦੋਂ ਸਬਮਿਟ ਨਹੀਂ ਕਰ ਪਾਏ, ਉਦੋਂ ਪੋਜੀਸ਼ਨ ਤੁਸੀਂ ਗਲਤ ਲੈ ਲਈ, ਤਾਂ ਕੋਰਟ ਦੇ ਅੱਗੇ ਤੁਸੀਂ ਪੋਜੀਸ਼ਨ ਬਦਲ ਨਹੀਂ ਸਕਦੇ। ਹੈਂਸ ਤੁਹਾਡਾ ਜਿਹੜਾ ਜੁਡੀਸ਼ੀਅਲ ਰਿਵਿਊ ਹੈ ਉਹ ਕੇਸਿਸ ਤੇ ਰਿਫਿਊਜ਼ ਹੋਊਗਾ। ਨਾਓ ਮਿਸਰਿਪ੍ਰੈਜ਼ੈਂਟੇਸ਼ਨ ਇੱਕ ਬੜੀ ਬ੍ਰੌਡ ਡੈਫੀਨੇਸ਼ਨ ਹੈ। ਜਿਹੜੀ ਡੈਫੀਨੇਸ਼ਨ ਤੁਸੀਂ ਪੜ੍ਹੋ ਤਾਂ ਉਹਦਾ ਲਿਟਰਲ ਮੀਨਿੰਗ ਹੈਗਾ ਵੀ ਕਿਸੇ ਕਿਸਮ ਦੀ ਗਲਤੀ ਕਰਤੀ ਤਾਂ ਫਿਰ ਤੁਹਾਡੀ ਐਪਲੀਕੇਸ਼ਨ ਜਿਹੜੀ ਉਹਨੂੰ ਡਿਨਾਈ ਕੀਤਾ ਜਾ ਸਕਦਾ। ਨਾਓ ਦੇयर ਆਰ 2 ਕਾਈਂਡਸ ਆਫ ਜਿਹੜੀ ਮਿਸਰਿਪ੍ਰੈਜ਼ੈਂਟੇਸ਼ਨ, ਇੱਕ ਹੈਗੀਆਂ ਜਿਹੜੀਆਂ ਸੌਫਟ ਰਿਫਿਊਜ਼ਲਸ ਹੁੰਦੀਆਂ ਨੇ, ਜਿਹੜੀਆਂ ਸੈਕਸ਼ਨ 16 ਦੇ ਅੰਦਰ ਆਉਂਦੀਆਂ ਨੇ। ਇੱਕ ਜਿਹੜੀਆਂ ਹਾਰਸ਼ਰ ਨੇ, ਜਾਂ ਜ਼ਿਆਦਾ ਡਿਫਿਕਲਟ, ਮਾਫ ਕਰਨਾ, ਨਾਟ ਡਿਫਿਕਲਟ ਇਜ਼ ਨਾਟ ਰਾਈਟ ਵਰਡ, ਜਿਹੜੀਆਂ ਤੁਸੀਂ ਬ੍ਰੀਚ ਹੈ ਬਹੁਤ ਸੀਰੀਅਸ ਕਰ ਗਏ, ਉਹਨਾਂ ਬ੍ਰੀਚਿਸ ਦਾ ਆਊਟਕਮ ਜਿਹੜਾ ਹੈਗਾ 5 ਈਅਰ ਬਾਰ ਹੈ। ਨਾਓ ਜਿਹੜੀ ਮਿਸਰਿਪ੍ਰੈਜ਼ੈਂਟੇਸ਼ਨ ਹੈ, ਜੇ ਤੁਸੀਂ ਇਹ ਸਾਬਤ ਕਰ ਦਿੰਦੇ ਹੋ, ਕਿਉਂਕਿ ਬਾਈ ਬੁੱਕ ਤਾਂ ਡੈਫੀਨੇਸ਼ਨ ਹਾਰਸ਼ ਹੈ, ਬਾਈ ਬੁੱਕ ਜਿਹੜੀ ਡੈਫੀਨੇਸ਼ਨ ਉਹ ਬ੍ਰੌਡ ਵੀ ਬਹੁਤ ਹੈ। ਲਾਈਕ ਕਿਸੇ ਕਿਸਮ ਦੀ ਜਿਹੜੀ ਹੈਗੀ ਆ ਮਿਸਰਿਪ੍ਰੈਜ਼ੈਂਟੇਸ਼ਨ ਕੈਨ ਰਿਜ਼ਲਟ ਇਨਟੂ ਅ 5 ਈਅਰ ਬੈਨ। ਬਟ ਤੁਸੀਂ ਜੇ ਸਾਬਤ ਕਰ ਦਿੰਦੇ ਹੋ ਵੀ ਜਿਹੜੀ ਮਿਸਰਿਪ੍ਰੈਜ਼ੈਂਟੇਸ਼ਨ ਹੋਈ ਹੈ ਉਹਦੇ ਨਾਲ ਉਹ ਮਟੀਰੀਅਲ ਨਹੀਂ ਹੈ, ਪਲੱਸ ਸੈਕੰਡ ਚੀਜ਼ ਇਹ ਦੇਖਣਾ ਵੀ ਉਹ ਰੈਲੇਵੈਂਟ ਵੀ ਹੈ ਕਿ ਨਹੀਂ ਹੈ। ਫੋਰ ਐਗਜ਼ਾਮਪਲ ਤੁਸੀਂ ਆਪਣੇ ਪੇਰੈਂਟਸ ਨੂੰ ਸਪਾਂਸਰ ਕਰਦੇ ਹੋ, ਤੁਹਾਡੇ ਮਦਰ ਜਿਹੜੇ ਨੇ ਉਹ ਗ੍ਰੇਡ 10 ਪਾਸ ਨੇ, ਤੁਸੀਂ ਲਿਖ ਦਿੰਦੇ ਹੋ ਐਪਲੀਕੇਸ਼ਨ 'ਚ ਉਹ BA ਪੜ੍ਹੇ ਹੋਏ ਨੇ, ਮਿਸਰਿਪ੍ਰੈਜ਼ੈਂਟੇਸ਼ਨ ਉਹ ਵੀ ਹੈ, ਬਟ ਕੀ ਉਹ ਰੈਲੇਵੈਂਟ ਹੈ, ਕੀ ਉਹ ਮਟੀਰੀਅਲ ਹੈ? ਜੇ ਉਹ ਦੋਨੇ ਟੈਸਟਾਂ 'ਚ ਨੈਗੇਟਿਵ ਹੋਊਗੀ, ਇਟ ਮੀਨਸ ਤੁਹਾਡੇ ਤੇ ਮਿਸਰਿਪ੍ਰੈਜ਼ੈਂਟੇਸ਼ਨ ਲੱਗਦੀ ਨਹੀਂ ਹੈ, ਲਾਗੂ ਹੀ ਨਹੀਂ ਹੁੰਦੀ। ਇਸ ਦੇ ਨਾਲ ਜਿਹੜੀ ਇੱਕ ਪੋਜੀਸ਼ਨ ਲਈ ਜਾਂਦੀ ਹੈ ਇਨੋਸੈਂਟ ਮਿਸਟੇਕ, ਸੋ ਉਹ ਬਹੁਤ ਡਿਫਿਕਲਟ ਟੈਸਟ ਹੈ। ਜੇ ਕਿਸੇ ਨੇ ਮੀਟ ਕਰਨਾ ਹੋਵੇ, ਉਹ ਬਹੁਤ ਡਿਫਿਕਲਟ ਟੈਸਟ ਹੈ ਮੀਟ ਕਰਨਾ। ਜਦ ਤੁਸੀਂ ਕਹਿ ਦਿੰਦੇ ਹੋ ਵੀ ਇਹ ਮੇਰੇ ਤੋਂ ਇੱਕ ਇਨੋਸੈਂਟ ਮਿਸਟੇਕ ਹੋ ਗਈ, ਉਹਦੇ ਰੇਅਰ ਸਰਕਮਸਟੈਂਸਿਸ ਨੇ, ਉਹਦੇ ਸਿਰਫ 2 ਹੀ ਟੈਸਟ ਨੇ ਜਿਹੜੇ ਕਿ ਡਿਫਿਕਲਟ ਹੁੰਦੇ ਨੇ ਆਮ ਸਿਚੁਏਸ਼ਨ 'ਚ, ਜਿੱਥੇ ਇੰਡੀਵਿਜੂਅਲ ਜੇ ਸਾਬਤ ਕਰ ਪਾਏ ਵੀ ਉਹਨਾਂ ਨੂੰ ਇਸ ਮਿਸਰਿਪ੍ਰੈਜ਼ੈਂਟੇਸ਼ਨ ਦੀ ਜਾਂ ਇਸ ਇਨਫੋਰਮੇਸ਼ਨ ਦੀ ਇਸ ਤੋਂ ਪਹਿਲਾਂ ਕਦੇ ਵੀ ਜਾਣਕਾਰੀ ਨਹੀਂ ਸੀ, ਤਾਂ ਫਿਰ ਆਫ ਕੋਰਸ ਤੁਸੀਂ ਉਹ ਪੋਜੀਸ਼ਨ ਲੈ ਸਕਦੇ ਹੋ। ਪਰ ਮੈਜੋਰਟੀ ਆਫ ਕੇਸਿਸ 'ਚ ਬਹੁਤ ਰੇਅਰ ਕੇਸਿਸ ਹੈ
ਜੇ ਮਿਸਰੀ ਕਿਉਂਕਿ ਅਸੀਂ ਜਦੋਂ ਵੀ ਫਾਈਲ ਲਾਉਂਦੇ ਆ ਤਾਂ ਸੋਚ ਸਮਝ ਕੇ ਸਾਰੀਆਂ ਚੀਜ਼ਾਂ ਦੇਖ ਕੇ ਡਬਲ ਚੈੱਕ ਟ੍ਰਿਪਲ ਚੈੱਕ ਕਰਕੇ ਲਗਾਉਂਦੇ ਹੈਗੇ ਆ, ਪਰ ਜੇ ਕਿਤੇ ਮਿਸਟੇਕ ਹੁੰਦੀ ਹੈ ਤਾਂ ਬਹੁਤ ਤੁਹਾਡੇ ਕਹਿਣ ਦੇ ਮੁਤਾਬਿਕ ਬਹੁਤ ਘੱਟ ਚਾਂਸਸ ਹੈਗੇ ਨੇ ਕਿ ਅਸੀਂ ਉਹਨਾਂ ਨੂੰ ਦੁਬਾਰਾ ਕਲੈਰੀਫਾਈ ਕਰ ਲਈਏ। ਬਿਲਕੁਲ ਬਹੁਤ ਸਾਰੇ ਕੁਐਸਚਨਸ ਇਸ ਰਿਲੇਟਡ ਜਿਹੜੇ ਆਉਂਦੇ ਨੇ, ਤੇ ਸਭ ਤੋਂ ਪਹਿਲੀ ਗੱਲ ਜਦੋਂ ਅਸੀਂ ਕਿਸੇ ਵੀ ਤਰ੍ਹਾਂ ਦੀ ਫਾਈਲ ਲਾਉਣੀ ਆ, ਤੁਹਾਡੀਆਂ ਗੱਲਾਂ ਤੋਂ ਇਹ ਕਲੀਅਰ ਹੁੰਦਾ ਆ ਕਿ ਅਸੀਂ ਜਿਹੜੀ ਆ ਉਹ ਸਹੀ ਫਾਈਲ ਲਗਾਈਏ, ਉਹਦੇ 'ਚ ਕੋਈ ਵੀ ਮਿਸ ਰਿਪਰੈਜ਼ੈਂਟ ਨਾ ਕਰੀਏ, ਤੇ ਅਸੀਂ ਕੁਝ ਵੀ ਝੂਠ ਨਾ ਬੋਲੀਏ ਉਹਦੇ ਵਿੱਚ, ਜੋ ਵੀ ਸਪਸ਼ਟ ਸਾਫ਼ ਤੌਰ ਤੇ ਸਾਡੇ ਕੋਲ ਹੈਗਾ ਅਸੀਂ ਉਹੀ ਦਿਖਾਉਣ ਦੀ ਕੋਸ਼ਿਸ਼ ਕਰੀਏ। ਬਿਲਕੁਲ ਅਮਨ ਜੀ, ਤੁਹਾਡੇ ਨਾਲ ਜਿਹੜੀ ਗੱਲਬਾਤ ਬਹੁਤ ਵਧੀਆ ਹੋ ਰਹੀ ਹੈਗੀ ਆ। ਬ੍ਰੇਕ ਦਾ ਵੇਲਾ ਹੋ ਗਿਆ ਹੈਗਾ ਆ, ਤੇ ਬ੍ਰੇਕ ਲਾ ਲੈਂਦੇ ਆ, ਤੇ ਬਾਅਦ ਵਿੱਚ ਆਪਾਂ ਜਿਹੜੀ ਸਾਡੇ ਆਡੀਅנס ਹੈਗੀ ਆ ਉਹਦੇ ਸਵਾਲ ਜਿਹੜੇ ਉਹਨਾਂ ਦੇ ਕੁਐਸਚਨ ਹੈਗੇ ਆ ਉਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ। ਜੀ ਬਿਲਕੁਲ ਜੀ, ਬਿਲਕੁਲ। ਅੱਜ CWC ਇਮੀਗ੍ਰੇਸ਼ਨ ਤੋਂ ਮਿਸਟਰ ਅਮਨ ਖਹਿਰਾ ਦੇ ਨਾਲ ਗੱਲਬਾਤ ਹੋ ਰਹੀ ਹੈ। ਜੇ ਤੁਹਾਡਾ ਵੀ ਕੋਈ ਕੁਐਸਚਨ ਹੈਗਾ ਤਾਂ ਤੁਸੀਂ ਬ੍ਰੇਕ ਤੋਂ ਬਾਅਦ ਸਕਰੀਨ ਦੇ ਉੱਤੇ ਜਿਹੜੇ ਨੰਬਰ ਦਿੱਤੇ ਨੇ ਉਹਨਾਂ ਦੇ ਉੱਤੇ ਤੁਸੀਂ ਫੋਨ ਕਰ ਸਕਦੇ ਹੋ। ਫਿਲਹਾਲ ਦੇ ਲਈ ਰੁਕਦੇ ਹਾਂ ਕਮਰਸ਼ੀਅਲ ਬ੍ਰੇਕ ਦੇ ਲਈ। ਅਮਨ ਖਹਿਰਾ ਦੇ ਨਾਲ, ਜੋ ਕਿ CWC ਇਮੀਗ੍ਰੇਸ਼ਨ ਤੋਂ ਨੇ, ਤੁਸੀਂ ਉਹਨਾਂ ਨੂੰ ਬਖੂਬੀ ਜਾਣਦੇ ਹੋ, ਤੇ ਉਹਨਾਂ ਦੀ ਜਿਹੜੀ ਸਲਾਹ ਹੈਗੀ ਆ ਉਹ ਬਹੁਤ ਵਧੀਆ ਹੈ, ਬਿਕੋਜ਼ ਉਹਨਾਂ ਦਾ ਐਕਸਪੀਰੀਅੰਸ ਹੈ ਜਿਹੜਾ ਉਹ ਬੋਲਦਾ ਹੈ। ਕਿਉਂਕਿ ਅਸੀਂ ਬ੍ਰੇਕ ਤੋਂ ਪਹਿਲਾਂ ਵੀ ਇਹਨਾਂ ਦੇ ਨਾਲ ਗੱਲ ਕੀਤੀ ਹੈ ਤੇ ਬਹੁਤ ਸਾਰੇ ਕੁਐਸਚਨਸ ਦੇ ਇਹਨਾਂ ਨੇ ਆਨਸਰ ਦਿੱਤੇ ਨੇ। ਤੇ ਹੁਣ ਜੇ ਤੁਹਾਡੇ ਕੋਲ ਕੋਈ ਕੁਐਸਚਨ ਹੈਗਾ ਤਾਂ ਤੁਸੀਂ ਸਕਰੀਨ ਦੇ ਉੱਤੇ ਨੰਬਰ ਆ ਰਹੇ ਨੇ ਤੇ ਤੁਸੀਂ ਕਾਲ ਕਰਕੇ ਇਹਨਾਂ ਤੋਂ ਜਵਾਬ ਲੈ ਸਕਦੇ ਹੋ। ਸੋ ਮਿਸਟਰ ਖਹਿਰਾ, ਆਪਣੇ ਕੋਲ ਕਾਲਰਸ ਨੇ, ਆਪਾਂ ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਹਾਂਜੀ, ਹੈਲੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ ਜੀ ਕਿ ਜਿੱਦਾਂ ਕਿ ਹੁਣ ਮੇਰਾ ਬੇਬੀ ਛੋਟਾ, ਤੇ ਮੈਂ ਨਾ ਇੰਡੀਆ ਤੋਂ ਉਹਦੀ ਕੇਅਰ ਟੇਕ ਕਰਨ ਵਾਸਤੇ ਬੁਲਾਉਣਾ ਸੀਗਾ, ਤੇ ਹੁਣ ਅਸੀਂ ਬੁਲਾ ਸਕਦੇ ਹਾਂ ਕਿਸੇ ਨੂੰ? ਮੈਂ ਆਪਣੇ ਪੇਰੈਂਟਸ ਨੂੰ ਜਿੱਦਾਂ ਬੁਲਾਉਣਾ ਚਾਹੁੰਦੇ। ਓਕੇ, ਦੈਟ ਵਾਸ ਅ ਗੁੱਡ ਕੁਐਸਚਨ। ਥੈਂਕ ਯੂ ਜੀ, ਥੈਂਕ ਯੂ ਕਾਲ ਕਰਨ ਦੇ ਲਈ। ਜੀ ਮਿਸਟਰ ਖੇਰਾ। ਜੀ ਬਿਲਕੁਲ, ਇਹ ਜਿਹੜਾ ਦਾ ਕੁਐਸਚਨ ਹੈਗਾ ਵੀ ਉਹ ਪੇਰੈਂਟਸ ਨੂੰ ਬੁਲਾ ਸਕਦੇ ਕਿ ਨਹੀਂ ਬੁਲਾ ਸਕਦੇ। ਜਿਹਨਾਂ ਕੋਲ ਵਿਜ਼ਿਟਰ ਵੀਜ਼ਾ ਹੈਗਾ, ਹੁਣ ਐਗਜ਼ੈਂਪਸ਼ਨਸ ਦੇ ਵਿੱਚ ਉਹ ਆਉਂਦੇ ਨੇ ਵੀ ਜਿੱਥੇ ਉਹ ਇਮੀਡੀਏਟ ਫੈਮਿਲੀ ਮੈਂਬਰਸ ਨੂੰ ਤੁਸੀਂ ਬੁਲਾ ਸਕਦੇ ਹੋ, ਬਟ ਇਹਦੇ ਲਈ ਤੁਹਾਨੂੰ ਜਿਹੜੀ ਸਭ ਤੋਂ ਪਹਿਲੀ ਐਪਲੀਕੇਸ਼ਨ ਹੈ ਉਹ ਕੈਨੇਡੀਅਨ ਆਫਿਸ ਨੂੰ ਈਮੇਲ ਦੇ ਦੁਆਰਾ ਇੱਕ ਰਿਕੁਐਸਟ ਭੇਜਣੀ ਪਏਗੀ, ਜਿੱਥੇ ਤੁਹਾਨੂੰ ਇਹ ਸਪੈਸ਼ਲ ਜਿਹੜੀ ਹੈ ਪਰਮਿਸ਼ਨ ਸੀਕ ਕਰਨੀ ਪਏਗੀ, ਫਿਰ ਉਹ ਟਰੈਵਲ ਕਰ ਸਕਦੇ ਆ। ਬਟ ਦੇਰ ਆਰ ਸਰਟਨ ਰਿਸਟ੍ਰਿਕਸ਼ਨਸ, ਉਹ ਕਿਸ ਕੰਟਰੀ ਤੋਂ ਆ ਰਹੇ ਨੇ, ਜੇ ਖਾਸ ਕਰਕੇ ਉਹ ਇੰਡੀਆ ਦੀ ਗੱਲ ਕਰਦੇ ਨੇ ਤਾਂ ਉੱਥੇ ਵੈਸੇ ਵੀ ਲੋਕਡਾਊਨ ਸੀ ਜਿਹੜਾ ਕਿ ਹੁਣ ਰਿਲੈਕਸ ਕੀਤਾ ਗਿਆ, ਬਟ ਜਿਹੜੀਆਂ ਫਲਾਈਟਸ ਨੇ ਉਹ ਹਾਲੇ ਵੀ ਬਹੁਤ ਲਿਮਿਟਿਡ ਨੇ ਜਿਹੜੀਆਂ ਆ ਰਹੀਆਂ ਨੇ। ਜੇ ਸੈਕਿੰਡ ਐਸਪੈਕਟ ਹੈਗਾ ਇਹਦਾ, ਜੇ ਉਹਨਾਂ ਦੇ ਬੱਚਾ ਹੈਗਾ ਤੇ ਉਹਦੀ ਕੇਅਰ ਲਈ ਉਹ ਕਿਸੇ ਨੂੰ ਬੁਲਾਉਣਾ ਚਾਹੁੰਦੇ ਨੇ ਤਾਂ ਇੱਕ ਸਪੈਸ਼ਲ ਜਿਹੜਾ ਚਾਈਲਡ ਕੇਅਰ ਪ੍ਰੋਗਰਾਮ ਹੈ ਉਹਨੂੰ ਯੂਜ਼ ਕਰਕੇ ਕਿਸੇ ਵੀ ਇੰਡੀਵਿਜੂਅਲ ਨੂੰ ਬੁਲਾਇਆ ਜਾ ਸਕਦਾ ਜਿਹਨਾਂ ਨੇ ਪੋਸਟ ਸੈਕੰਡਰੀ ਐਜੂਕੇਸ਼ਨ ਕੀਤੀ ਹੋਈ ਹੈ। ਬਿਲਕੁਲ ਬਿਲਕੁਲ। ਇੱਕ ਕਾਲਰ ਨੇ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੇਰਾ ਅਮਨ ਜੀ ਨਾਲ ਕੁਐਸਚਨ ਹੈਗਾ ਜੀ ਕਿ ਮੇਰੇ ਪੇਰੈਂਟਸ ਇੰਡੀਆ ਤੋਂ ਆਏ ਹੋਏ ਆ ਤੇ ਉਹਨਾਂ ਦਾ ਜਿਹੜਾ ਵੀਜ਼ਾ ਸੀ ਉਹ ਮਈ ਦੇ ਮਿਡ ਤੱਕ ਸੀਗਾ, ਤੇ ਹੁਣ ਕਿਉਂਕਿ ਇੰਡੀਆ ਜਾਣ ਦੀ ਸਿਚੁਏਸ਼ਨ ਵੀ ਥੋੜੀ ਉੱਥੇ ਟਫ ਹੈਗੀ ਆ, ਤੇ ਅਸੀਂ ਕੁਐਸਚਨ ਪੁੱਛਣਾ ਚਾਹੁੰਦੇ ਸੀ ਇਹਦੇ ਵਿੱਚ ਅੱਜ ਤੱਕ ਕੀ ਆਪਸ਼ਨਸ ਉਹਨਾਂ ਕੋਲ ਹੈਗੀਆਂ ਹੁਣ ਕਿ ਐਕਸਟੈਂਸ਼ਨ ਵਿਜ਼ਟਰ ਵੀਜ਼ਾ ਸੀਗਾ ਜਿਹੜਾ 6 ਮੰਥਸ ਦਾ ਹੁੰਦਾ, ਤੇ ਇਹਦੇ ਵਿੱਚ ਕੋਈ ਅਪਡੇਟ ਹੈਗੀ ਹੈ ਕੈਨੇਡੀਅਨ ਗਵਰਨਮੈਂਟ ਤੋਂ ਕਿ ਜਿਹੜੇ ਵਿਜ਼ਟਰ ਓਵਰਸੀਜ਼ ਤੋਂ ਆਏ ਸੀਗੇ ਜਿਹੜੇ ਹੁਣ ਵਾਪਸ ਜਾ ਨਹੀਂ ਸਕਦੇ ਕਿਉਂਕਿ 에ਅਰਲਾਈਨਸ ਨਹੀਂ ਜਾ ਰਹੀਆਂ ਹੈਗੀਆਂ, ਉਹਨਾਂ ਕੋਈ ਅਨਾਉਂਸਮੈਂਟ ਆਈ ਹੈ ਕੁਝ ਇਸ ਤਰ੍ਹਾਂ? ਜੀ ਬਿਲਕੁਲ, ਥੈਂਕ ਯੂ ਫॉर द ਕੁਐਸਚਨ। ਥੈਂਕ ਯੂ ਜੀ। ਸੀ ਉਹਨਾਂ ਦੇ ਪੇਰੈਂਟਸ ਜਿਹੜੇ ਨੇ ਫਸਟ ਆਫ ਆਲ ਉਹਨਾਂ ਨੂੰ ਸਟੇਟਸ ਮੇਨਟੇਨ ਕਰਨਾ ਪਊਗਾ ਕੈਨੇਡਾ ਦੇ ਵਿੱਚ, ਜਿਵੇਂ ਉਹਨਾਂ ਨੇ ਕਿਹਾ ਵੀ ਉਹਨਾਂ ਦਾ ਮਿਡਲ ਆਫ ਮਈ ਦੇ ਵਿੱਚ ਸਟੇਟਸ ਜਿਹੜਾ ਐਕਸਪਾਇਰ ਹੋ ਰਿਹਾ ਸੀ, ਤੋ ਆਈ ਬਿਲੀਵ ਉਹਨਾਂ ਨੇ ਜਿਹੜੀ ਐਪਲੀਕੇਸ਼ਨ ਆਪਣੀ ਉਹਦੀ ਐਕਸਟੈਂਸ਼ਨ ਦੀ ਫਾਈਲ ਕਰਤੀ ਹੋਣੀ ਹੈ, ਪਰ ਜੇ ਨਹੀਂ ਕੀਤੀ ਤਾਂ 90 ਡੇਜ਼ ਫਰਦਰ ਆਫਟਰ ਐਕਸਪਾਇਰੀ ਵੀ ਉਹਨਾਂ ਕੋਲ ਆਪਸ਼ਨ ਹੁੰਦੀ ਹੈ ਵੀ ਉਹ ਸਟੇਟਸ ਨੂੰ ਰਿਸਟੋਰ ਕਰ ਸਕਣ। ਜੇ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਤਾਂ ਉਹ ਫਾਈਲ ਕਰਨ, ਕਿਉਂਕਿ ਆਊਟ ਆਫ ਸਟੇਟਸ ਉਹ ਨਹੀਂ ਹੋਣੇ ਚਾਹੀਦੇ ਕੈਨੇਡਾ ਦੇ ਵਿੱਚ। ਸੈਕਿੰਡ, ਜੇ ਉਹ ਇੰਡੀਆ ਦੀ ਗੱਲ ਕਰ ਰਿਹਾ ਵਾਪਸ ਜਾਣ ਦੀ, ਤਾਂ ਆਫ ਕੋਰਸ ਜਿਵੇਂ ਕਿਹਾ ਸੀ ਵੀ ਉਹ ਇੰਡੀਅਨ ਗਵਰਨਮੈਂਟ 'ਤੇ ਨਿਰਭਰ ਕਰਦਾ ਵੀ ਉਹ ਫਲਾਈਟਸ ਜਿਹੜੀਆਂ ਨੇ ਐਂਟਰ ਕਰਨ ਦੇ ਰਹੇ ਨੇ ਜਾਂ ਨਹੀਂ ਦੇ ਰਹੇ ਐਟ ਦਿਸ ਪੁਆਇੰਟ। ਸੋ ਹਾਲੇ ਤਾਂ ਫਿਲਹਾਲ ਕੈਨੇਡਾ ਦੇ ਵਿੱਚ ਨੇ, ਆਪਣਾ ਸਟੇਟਸ ਜਿਹੜਾ ਹੈਗਾ ਕੈਨੇਡਾ 'ਚ ਮੇਨਟੇਨ ਕਰਨ। ਜੇ ਉਹ ਪਰਮਾਨੈਂਟ ਇਮੀਗ੍ਰੇਸ਼ਨ ਪੇਰੈਂਟਸ ਦੀ ਲਾਉਣਾ ਚਾਹੁੰਦੇ ਨੇ ਤਾਂ ਉਹ HNC ਐਪਲੀਕੇਸ਼ਨ ਜ਼ਰੂਰ ਦੇਖ ਸਕਦੇ ਨੇ ਇੱਕ ਆਪਸ਼ਨ,
ਜਿਹੜੀ ਕਿ ਸੈਕਸ਼ਨ 25 ਦੇ ਅੰਦਰ ਇੱਕ ਪਲੀਡ ਕੀਤੀ ਜਾ ਸਕਦੀ ਹੈ ਮਿਨਿਸਟਰ ਡੈਲੀਗੇਟ ਨੂੰ, ਤੇ ਜੇ ਉਹਨਾਂ ਦੇ ਸਰਕਮਸਟੈਂਸਿਸ ਬਣਦੇ ਨੇ ਹਜੇ ਵੀ ਉਹ ਏਜਡ ਪੇਰੈਂਟਸ ਨੇ, ਪਿੱਛੇ ਕੋਈ ਟੇਕ ਕੇਅਰ ਕਰਨ ਵਾਲਾ ਨਹੀਂ ਹੈਗਾ, ਕੋਵਿਡ ਕਰਕੇ ਕੋਈ ਸਿਚੁਏਸ਼ਨ ਹੀ ਚੇਂਜ ਹੋ ਗਈ ਵੀ ਜਿੱਥੇ ਜੇ ਇਹ ਜੀ ਸਿਚੁਏਸ਼ਨ ਫੇਰ ਅਰਾਈਜ਼ ਹੁੰਦੀ ਹੈ ਤਾਂ ਪਿੱਛੇ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ। ਤਾਂ ਜੇ ਇਹ ਜਿਹੇ ਕੋਈ ਸਰਕਮਸਟੈਂਸਿਸ ਹੈਗੇ ਆ ਤਾਂ ਬਿਲਕੁਲ ਉਹ ਜਿਹੜੀ ਸਪੈਸ਼ਲ ਐਪਲੀਕੇਸ਼ਨ ਉਹ ਪਲੀਡ ਕਰ ਸਕਦੇ ਨੇ। ਜ਼ਿਆਦਾ ਜਾਣਕਾਰੀ ਸਾਡੇ ਆਫਿਸ ਤੋਂ ਵੀ ਇਹਦੀ ਬਾਰੇ ਕਲੈਕਟ ਕੀਤੀ ਜਾ ਸਕਦੀ ਹੈ, ਤੇ ਇਹ ਜਿਹੜੀ ਇਨਫੋਰਮੇਸ਼ਨ ਹੈ ਇਹ ਕੌਨਫੀਡੈਂਸ਼ੀਅਲ ਤੇ ਫ੍ਰੀ ਹੁੰਦੀ ਹੈ। ਸਾਡੇ ਆਫਿਸ ਜਾ ਕੇ ਇਨਫੋਰਮੇਸ਼ਨ ਲਈ ਜਾ ਸਕਦੀ ਹੈ ਐਂਡ ਅਸੀਂ ਜਿਹੜਾ ਉਹਨਾਂ ਦਾ ਟੈਸਟ ਕਰ ਸਕਦੇ ਆ ਵੀ ਉਹਨਾਂ ਦੇ ਕਿੰਨੇ ਵਧੀਆ ਚਾਂਸਸ ਨੇ ਐਪਲੀਕੇਸ਼ਨ ਲਾਉਣ ਦੇ, ਵੈਦਰ ਇਟਸ ਅ ਗੁੱਡ ਐਪਲੀਕੇਸ਼ਨ ਔਰ ਇਟਸ ਅ ਬੈਡ ਐਪਲੀਕੇਸ਼ਨ। ਜੀ ਬਿਲਕੁਲ। ਇੱਕ ਹੋਰ ਕਾਲਰ ਨੇ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਸਤਿ ਸ੍ਰੀ ਅਕਾਲ ਜੀ ਅਰਸ਼ਦੀਪ ਜੀ, ਮੇਰਾ ਨਾਮ ਅਮਰਪਾਲ ਸਿੰਘ ਹੈ ਜੀ। ਜੀ ਜੀ ਅਮਰਿਤ ਜੀ, ਮੈਂ ਇਹਨਾਂ ਨੂੰ ਸਾਰਿਆਂ ਨੂੰ ਪੁੱਛਣਾ ਚਾਹੁੰਦਾ ਸੀਗਾ ਜੀ, ਅਮਨ ਖਹਿਰਾ ਉਹਨਾਂ ਨੂੰ ਜੀ, ਜੇ ਇਹਨਾਂ ਨੂੰ ਮਿਲਣਾ ਹੋਵੇ ਆਪਣੀ ਪੇਰੈਂਟਸ ਨੂੰ ਜਿੱਦਾਂ ਬੁਲਾਉਣਾ ਹੋਵੇ ਇੱਥੇ ਜੀ, ਜਿੱਦਾਂ ਮੈਂ ਪੀਅਰ ਆ ਜੀ, ਜੀ ਤੇ ਆਪਣੀ ਪੇਰੈਂਟਸ ਨੂੰ ਬੁਲਾਉਣ ਵਾਸਤੇ ਜੇ ਇਹਨਾਂ ਨੂੰ ਮਿਲਣਾ ਹੋਵੇ ਤਾਂ ਕਿਹੜੀ ਲੋਕੇਸ਼ਨ ਤੇ ਕਿੱਥੇ ਮਿਲ ਸਕਦਾ ਜੀ ਇਹ? ਬਿਲਕੁਲ ਜੀ ਅਮਨ ਜੀ। ਜੀ ਭਾਈ ਜੀ, ਜਿਹੜਾ ਮੰਡੇ ਟੂ ਫਰਾਈਡੇ ਅਸੀਂ ਕੋਵਿਡ ਕਰਕੇ ਜਿਹੜੇ ਆਵਰਸ ਨੂੰ ਘਟਾਏ ਹੋਏ ਨੇ, ਥੋੜਾ ਅਸੀਂ ਅਪਾਇੰਟਮੈਂਟ ਨਾਲ ਮਿਲਦੇ ਹਾਂ ਕਿਉਂਕਿ ਸਟਾਫ ਦੀ ਵੀ ਸਿਕਿਉਰਿਟੀ ਜਿਹੜੀ ਹੈਲਥ ਵਾਈਜ਼ ਐਜ਼ ਵੈਲ ਐਜ਼ ਜਿਹੜਾ ਕਲਾਇੰਟਸ ਵੀ ਆਉਂਦੇ ਨੇ, ਸਾਨੂੰ ਉਹਨਾਂ ਦੀ ਵੀ ਜਿਹੜੀ ਹੈਲਥ ਐਂਡ ਸਿਕਿਉਰਿਟੀ ਵਾਚ ਕਰਨੀ ਪੈਂਦੀ ਹੈ, ਤੇ ਜਿਹੜੀਆਂ ਫਰੇਜ਼ਰ ਹੈਲਥ ਦੀਆਂ ਗਾਈਡਲਾਈਨਸ ਨੇ ਅਸੀਂ ਉਹਨੂੰ ਵੀ ਫੋਲੋ ਕਰਦੇ ਹਾਂ। ਸੋ ਜਿਹੜੀ ਅਪਾਇੰਟਮੈਂਟ ਹੈ ਪਲੀਜ਼ ਉਹ ਜ਼ਰੂਰ ਲੈ ਲੈਣ, ਵਾਕ ਇਨ ਨਾ ਕਰਨ ਕਿਉਂਕਿ ਸਾਡੇ ਲਿਮਿਟ ਹੈ ਵੀ ਕਿੰਨੇ ਆਫਿਸ ਆ ਸਕਦੇ ਨੇ। ਇਸ ਤੋਂ ਇਲਾਵਾ ਅਸੀਂ ਮੈਂ ਤਾਂ ਪਰਸਨਲੀ ਸਰੀ ਆਫਿਸ ਹੁੰਦਾ ਬਾਈ ਜੀ ਫਰੋਮ ਮੰਡੇ ਟੂ ਫਰਾਈਡੇ ਐਂਡ ਵੈਡਨਸਡੇ ਜਿਹੜਾ ਹੁੰਦਾ ਉਹ ਐਬਸਫੋਰਡ ਆਫਿਸ ਹੁੰਦਾ ਹੈ। ਤਾਂ ਜੇ ਤੁਸੀਂ ਸਰੀ ਕਾਲ ਕਰ ਲਓ ਤੇ ਉਹ ਅਪਾਇੰਟਮੈਂਟ ਤੁਹਾਡੀ ਬੁੱਕ ਕਰ ਦੇਣਗੇ ਤੇ ਤੁਸੀਂ ਮੈਨੂੰ ਮਿਲ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈਗੀ। ਬਿਲਕੁਲ ਅਮਨ ਜੀ, ਜਿੱਦਾਂ ਹੁਣ ਅਸੀਂ ਸਟੂਡੈਂਟਸ ਦੀ ਗੱਲ ਕਰ ਲਈਏ, ਜੇ ਸਭ ਤੋਂ ਜ਼ਿਆਦਾ ਜਿਹੜੇ ਨੇ ਸਟੂਡੈਂਟ ਆ ਰਹੇ ਨੇ, ਖਾਸ ਕਰਕੇ ਸਾਡੇ ਭਾਰਤ ਚੋਂ ਆ ਰਹੇ ਨੇ, ਪੰਜਾਬ ਚੋਂ ਆ ਰਹੇ ਨੇ, ਬਹੁਤ ਜ਼ਿਆਦਾ ਸਟੂਡੈਂਟ ਆ ਰਹੇ ਨੇ। ਹੁਣ ਜਿਹੜੇ 18 ਤਰੀਕ ਤੋਂ ਜਦੋਂ ਫਲਾਈਟਸ ਬੰਦ ਹੋਈਆਂ ਨੇ, ਜਿਨ੍ਹਾਂ ਨੇ ਇਨਟੇਕ ਲੈ ਲਿਆ ਸੀਗਾ ਸੈਪਟੈਂਬਰ ਦੇ ਵਿੱਚ, ਪਰ ਉਹ ਆ ਨਹੀਂ ਸਕੇ ਕਿਉਂਕਿ ਫਲਾਈਟਸ ਬੰਦ ਹੋ ਗਈਆਂ ਸੀ, ਕਈਆਂ ਦੀਆਂ ਟਿਕਟਸ ਵੀ ਬੁੱਕ ਸੀਗੀਆਂ ਪਰ ਉਹ ਆ ਨਹੀਂ ਸਕੇ ਸੀ। ਉਹਨਾਂ ਨੇ ਆਨਲਾਈਨ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਹੁਣ ਉਹ ਦੇਖ ਰਹੇ ਸੀ ਕਿ ਸ਼ਾਇਦ ਸਤੰਬਰ ਤੱਕ ਖੁੱਲ ਜਾਵੇਗੇ, ਬਾਰਡਰ ਖੁੱਲ ਜਾਣਗੇ, ਫਲਾਈਟਸ ਓਪਨ ਹੋ ਜਾਣਗੇ, ਪਰ ਲੱਗ ਨਹੀਂ ਰਿਹਾ ਹਜੇ ਤੱਕ ਕੁਝ ਵੀ, ਚਾਂਸਸ ਕੁਝ ਨਹੀਂ ਹੈਗੇ। ਸੋ ਹੁਣ ਉਹ ਆਨਲਾਈਨ ਪੜ੍ਹਾਈ ਕਰ ਰਹੇ ਨੇ ਤੇ ਉਹਨਾਂ ਦਾ ਹੁਣ ਕੀ ਹੈਗਾ ਆ ਕਿ ਅਗਲੇ ਸਾਲ ਉਹਨਾਂ ਨੂੰ ਪੋਸਟ ਗ੍ਰੈਜੂਏਸ਼ਨ ਜੋ ਵਰਕ ਪਰਮਿਟ ਹੈਗਾ ਉਹ ਮਿਲੇਗਾ, ਉਹਨਾਂ ਨੂੰ ਨਹੀਂ ਮਿਲੇਗਾ। ਸੋ ਕੀ ਜਿਹੜੇ ਸਰਕਮਸਟੈਂਸਸ ਆਉਣ ਵਾਲੇ ਨੇ ਜੀ ਸਟੂਡੈਂਟਸ ਲਈ ਮੈਂ ਜ਼ਰੂਰ ਦੱਸਣਾ ਚਾਹੂੰਗਾ, ਈਵਨ ਦੋ ਇੱਕ ਬਹੁਤ ਸਰਕਾਰ ਲਈ ਵੀ ਇੱਕ ਫਾਈਨੈਂਸ਼ੀਅਲ ਕ੍ਰਾਈਸਿਸ ਦਾ ਸਮਾਂ ਖੜਾ ਹੋ ਗਿਆ ਸੀ ਕਿਉਂਕਿ ਲਾਸਟ ਈਅਰ ਜਿਹੜੇ ਸਟੂਡੈਂਟਸ ਨੇ ਉਹਨਾਂ ਨੇ 21 ਬਿਲੀਅਨ ਦੀ ਕੰਟਰੀਬਿਊਸ਼ਨ ਦਿੱਤੀ ਹੈ। ਨਾਓ ਕੋਵਿਡ ਕਰਕੇ ਇਹ ਜਿਹੜੀ ਸਿਚੁਏਸ਼ਨ ਬਦਲੀ ਤਾਂ ਸਰਕਾਰ ਪਰ ਜਿਹੜੀ ਉਹ ਫਾਈਨੈਂਸ਼ੀਅਲ ਹੈਲਪ ਹੈ ਜਿਹੜੀ ਫੋਰਨ ਇਨਵੈਸਟਮੈਂਟ ਦੇ ਤੌਰ ਤੇ ਕੈਨੇਡਾ ਦੇ ਵਿੱਚ ਇੱਕ ਪੜ੍ਹਾਈ ਜਿਹੜਾ ਹੈਗਾ ਇੱਕ ਫੋਰਨ ਇਨਵੈਸਟਮੈਂਟ ਜਿਹੜਾ ਆ ਕੇ ਇੰਡੀਵਿਜੂਅਲ ਕਰਦਾ ਕੈਨੇਡਾ ਦੇ ਵਿੱਚ, ਤਾਂ ਉਹਨੂੰ ਯੂਟਿਲਾਈਜ਼ ਕਰਨੀ ਚਾਹੁੰਦੀ ਸੀ। ਤਾਂ ਉਹਨਾਂ ਲਈ ਸਪੈਸ਼ਲ ਇੱਕ ਜਿਹੜੀ ਐਗਜ਼ੈਂਪਸ਼ਨ ਦਿੱਤੀ ਸਰਕਾਰ ਨੇ ਪ੍ਰੀ ਕੋਵਿਡ 'ਚ ਜਿਹੜੀ ਰੂਲਸ ਹੁੰਦੇ ਸੀ ਉਹਦੇ ਹਿਸਾਬ ਨਾਲ, ਤਾਂ ਜੇ ਤੁਸੀਂ ਆਨਲਾਈਨ ਪੜ੍ਹਾਈ ਪੜ੍ਹ ਲੈਂਦੇ ਹੋ ਤਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਲਈ ਤੁਸੀਂ ਉਹ ਸਮਾਂ ਜਿੰਨਾ ਤੁਸੀਂ ਆਨਲਾਈਨ ਕੋਰਸ ਜਾਂ ਪ੍ਰੋਗਰਾਮ ਪੜ੍ਹਿਆ ਹੋਇਆ ਉਹ ਐਲੀਜੀਬਿਲਿਟੀ ਨਹੀਂ ਮੰਨੀ ਜਾਂਦੀ ਸੀ। ਬਟ ਹੁਣ ਜਦੋਂ ਆਨਲਾਈਨ ਪ੍ਰੋਗਰਾਮ ਤੁਸੀਂ ਪੜ੍ਹਦੇ ਹੋ ਤਾਂ ਤੁਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਹਾਸਲ ਕਰ ਸਕਦੇ ਹੋ ਆਨਲਾਈਨ ਪੜ੍ਹ ਕੇ ਵੀ, ਪ੍ਰੋਵਾਈਡਡ ਜਿਹੜਾ ਤੁਹਾਡਾ ਕੋਰਸ ਹੈ ਉਹ 50% ਤੁਸੀਂ ਜਿਹੜਾ ਹੈਗਾ ਆਨਲਾਈਨ ਕੀਤਾ ਤੇ 50% ਆਫ ਦਾ ਪ੍ਰੋਗਰਾਮ ਜਿਹੜਾ ਹੈਗਾ ਤੁਸੀਂ ਇਨ ਪਰਸਨ ਆ ਕੇ ਕਰਿਆ। ਇਹ ਬਿਲਕੁਲ ਸਿਚੁਏਸ਼ਨ ਵਾਚ ਕਰਨਾ ਨਹੀਂ ਹੋਏਗੀ ਵੀ ਸਰਕਾਰ ਇਹ ਐਕਸਪੈਕਟ ਕਰ ਰਹੀ ਸੀ ਵੀ ਕੈਨੇਡਾ ਦੁਬਾਰਾ ਖੁੱਲ ਜਾਏਗਾ, ਫਾਲ ਦੇ ਟਾਈਮ ਤੇ ਜਿਵੇਂ ਸਟੂਡੈਂਟਸ ਨੂੰ ਦੁਬਾਰਾ ਆ ਜਾਣਗੇ ਕੈਨੇਡਾ ਦੇ ਵਿੱਚ ਤਾਂ ਇਨ ਪਰਸਨ ਆ ਕੇ ਸਟੱਡੀ ਕਰਨਗੇ। ਬਟ ਜੇ ਸੈਕੰਡ ਵੇਵ ਆਉਂਦੀ ਹੈ ਜਾਂ ਉਹ ਜਿਸ ਕੰਟਰੀ ਤੋਂ ਆ ਰਹੇ ਨੇ ਉੱਥੇ ਕੋਈ ਇਹੋ ਜਿਹੇ ਸਰਕਮਸਟੈਂਸਿਸ ਅਰਾਈਜ਼ ਹੁੰਦੇ ਨੇ ਵੀ ਫਲਾਈਟ ਹੀ ਨਹੀਂ ਲੈ ਪਾਏ, ਤਾਂ ਫਿਰ ਇਹ ਦੇਖਣ ਵਾਲੀ ਗੱਲ ਹੋਏਗੀ ਵੀ ਫਿਰ ਕਈ ਇੰਡੀਵਿਜੂਅਲਸ ਮੋਰ ਦੈਨ 50% ਹੋ ਜਾਣਗੇ। ਸੋ ਜੇ ਮੋਰ ਦੈਨ 50% ਤੁਸੀਂ ਬਾਹਰ ਪੜ੍ਹਦੇ ਹੋ ਤਾਂ ਫਿਰ ਜਿਹੜਾ ਬੈਲੈਂਸ ਸਮਾਂ ਹੈਗਾ ਸਿਰਫ ਉਹੀ ਗਿਣਿਆ ਜਾਏਗਾ। ਫੋਰ ਐਗਜ਼ਾਮਪਲ ਕਿਸੇ ਨੇ 2 ਇਅਰਸ ਦਾ ਪ੍ਰੋਗਰਾਮ ਕੀਤਾ ਤੇ 1.5 ਈਅਰ ਉਹ ਹਿੰਦੁਸਤਾਨ ਦੇ ਵਿੱਚ ਆਨਲਾਈਨ ਪੜ੍ਹ ਲੈਂਦਾ ਤਾਂ ਉਹਨੂੰ ਬੈਲੈਂਸ ਜਿਹੜਾ 6 ਮੰਥਸ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਉਹਦੇ ਲਈ ਐਲੀਜੀਬਲ ਹੋਣਾ ਉਹ। ਸੋ ਦੈਟ ਇਜ਼ ਓਨਲੀ ਕੈਚ। ਸੋ ਉਹ ਵਾਚ ਕਰਨਾ ਪਏਗਾ ਫਿਊਚਰ 'ਚ ਕਿਵੇਂ ਇਹ ਫਿਕਸ ਹੋਗਾ। ਜੀ ਇਹ ਕਾਲਰ ਨੇ ਫਿਰ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਸਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ
ਜਿੱਦਾਂ ਹੁਣ ਜਿਨ੍ਹਾਂ ਦੇ ਵਿਜ਼ਟਰ ਵੀਜ਼ਾ ਆਲਰੇਡੀ ਲੰਘ ਗਏ ਸੀਗੇ ਜੀ ਤੇ ਉਹ ਹੁਣ ਇੰਡੀਆ 'ਚ ਜਿੱਦਾਂ ਮੇਰੇ ਮਦਰ ਫਾਦਰ ਉੱਥੇ ਨੇ ਤੱਕ ਨੇ ਤੇ ਉਹ ਹੁਣ ਮੈਂ ਮਤਲਬ ਉਹਨਾਂ ਦਾ ਹਜੇ ਵੀਜ਼ਾ ਵੈਲਿਡ ਹੈਗਾ ਤੇ ਉਹ ਕਿੱਦਾਂ ਮੈਂ ਉਹਨਾਂ ਨੂੰ ਬੁਲਾ ਸਕਦਾ ਵਾਂ ਕਿ ਕੋਈ ਰਾਹ ਨਹੀਂ ਲੱਭ ਰਿਹਾ ਜੀ ਜੀ ਥੈਂਕ ਯੂ ਫॉर द ਕੁਐਸਚਨ ਕਿਉਂਕਿ ਹੁਣ ਵਿਜ਼ਿਟਰ ਵੀਜ਼ਾ ਜਿਹੜਾ ਹੈਗਾ ਹੈ ਉਹ ਬਹੁਤ ਸਾਰੇ ਉਡੀਕ ਕਰ ਰਹੇ ਨੇ ਕਿ ਕਦੋਂ ਵਿਜ਼ਿਟਰ ਵੀਜ਼ਾ ਜਿਹੜੇ ਖੁੱਲ ਜਾਣ ਜੀ ਜੀ ਉਹ ਉਹਨਾਂ ਕੋਲ ਆਲਰੇਡੀ ਐਗਜ਼ਿਸਟ ਕਰਦਾ ਤੇ ਇਮੀਡੀਏਟ ਫੈਮਿਲੀ ਮੈਂਬਰਸ ਨੇ ਦੇ ਕੈਨ ਮੇਕ ਅ ਸਪੈਸ਼ਲ ਰਿਕੁਐਸਟ ਐਂਡ ਔਰ ਬਹੁਤ ਜਲਦੀ ਗਵਰਨਮੈਂਟ ਵੀ ਡੇ ਬਾਈ ਡੇ ਐਵਰੀ ਡੇ ਨਵੀਂ ਅਨਾਉਂਸਮੈਂਟ ਹੋ ਰਹੀ ਹੈ ਗਵਰਨਮੈਂਟ ਵੱਲੋਂ ਵੀ ਔਰ ਬਹੁਤ ਕੇਅਰਫੁਲੀ ਵਾਚ ਕੀਤਾ ਜਾ ਰਿਹਾ ਐਂਡ ਜੇ ਇਹਨਾਂ ਦੇ ਪੇਰੈਂਟਸ ਐਜ਼ ਲੌਂਗ ਐਜ਼ ਉਹ ਉਹਨਾਂ ਸਿੰਪਟਮਸ ਨਹੀਂ ਐਗਜ਼ਿਬਿਟ ਕਰ ਰਹੇ ਜਾਂ ਉਹਨਾਂ ਦੇ ਕੋਈ ਇਹੋ ਜਿਹੇ ਸਿੰਪਟਮਸ ਨਹੀਂ ਹੈ ਤਾਂ ਫਿਰ ਇਮੀਡੀਏਟ ਫੈਮਿਲੀ ਮੈਂਬਰਸ ਜਿਹੜੇ ਕੈਨੇਡੀਅਨਸ ਨੇ ਜਾਂ ਪਰਮਨੈਂਟ ਰੈਜ਼ੀਡੈਂਟਸ ਨੇ ਉਹ ਆਪਣੇ ਇਮੀਡੀਏਟ ਫੈਮਿਲੀ ਮੈਂਬਰਸ ਜਿਵੇਂ ਕਿ ਪੇਰੈਂਟਸ ਹੈਗੇ ਆ ਤਾਂ ਉਹਨਾਂ ਨੂੰ ਬੁਲਾਇਆ ਜਾ ਸਕਦਾ ਜੀ ਬਿਲਕੁਲ ਨਾਲੇ ਹੁਣ ਆਪਾਂ ਪਹਿਲਾਂ ਜਦੋਂ ਸਟੂਡੈਂਟਸ ਦੀ ਗੱਲ ਕਰ ਰਹੀ ਸੀ ਤੇ ਇੱਕ ਕੁਐਸਚਨ ਹੈਗਾ ਮੇਰੇ ਕੋਲ ਇੱਥੇ ਉਹ ਕਹਿ ਰਹੇ ਨੇ ਕਿ ਜੇ ਹੁਣ ਕੋਵਿਡ-19 ਕਰਕੇ ਸਿਚੁਏਸ਼ਨ ਬਦਲ ਗਈ ਹੈਗੀ ਹੈ ਤੇ ਕਈ ਥਾਵਾਂ ਤੋਂ ਸਾਨੂੰ ਇਹ ਗੱਲਾਂ ਵੀ ਸੁਣਨ ਨੂੰ ਮਿਲ ਰਹੀਆਂ ਨੇ ਕਿ ਆਇਲਸ ਦੇ ਐਗਜ਼ਾਮ ਤੋਂ ਤੁਹਾਨੂੰ ਐਗਜ਼ੈਂਪਟ ਹੈਗਾ ਹੈ ਕਿ ਬਿਨਾਂ ਆਇਲਟਸ ਤੋਂ ਵੀ ਤੁਸੀਂ ਆ ਸਕਦੇ ਹੋ ਸੋ ਇਦਾਂ ਦਾ ਕੋਈ ਰੂਲ ਆਇਆ ਹੈਗਾ ਕੋਵਿਡ-19 ਦੇ ਦੇਖੋ ਜੀ ਜਿਹੜਾ STS ਹੈ ਪ੍ਰੋਗਰਾਮ ਹੈ ਜਿਹੜਾ ਸਟੂਡੈਂਟ ਡਾਇਰੈਕਟ ਸਟਰੀਮ ਹੈ ਉਹਦੇ 'ਚ ਤਾਂ ਇਹ ਬਹੁਤ ਲਾਈਕ ਮੈਂਡੇਟਰੀ ਕੰਪੋਨੈਂਟ ਹੈ ਤੁਹਾਡੇ ਕੋਲ ਆਇਲਟਸ ਹੋਣਾ ਚਾਹੀਦਾ ਜੇ ਤੁਸੀਂ ਬਿਨਾਂ ਆਇਲਟਸ ਤੋਂ ਅਪਲਾਈ ਕਰਦੇ ਹੋ ਐਪਲੀਕੇਸ਼ਨ ਉਹ ਕਰੀ ਜਾ ਸਕਦੀ ਹੈ ਆਇਲਟਸ ਕੋਈ ਮੈਂਡੇਟਰੀ ਉਹ ਨਹੀਂ ਹੈ ਵੀ ਤੁਸੀਂ ਸਬਮਿਟ ਕਰਨੇ ਹੀ ਪੈਂਦਾ ਤੁਹਾਨੂੰ ਬਟ ਉਹ ਫਿਰ ਇੱਕ ਰੈਗੂਲਰ ਸਟੱਡੀ ਪਰਮਿਟ ਐਪਲੀਕੇਸ਼ਨ ਪ੍ਰੋਸੈਸ ਬਣ ਜਾਂਦਾ ਤੁਸੀਂ ਸਟੂਡੈਂਟ ਇਹ ਸਾਬਤ ਕਰਦਾ ਵੀ ਉਹ ਜਿਹੜੀ ਪੜ੍ਹਾਈ ਹੈ ਕੈਨੇਡਾ ਆ ਕੇ ਪੜ੍ਹੇਗਾ ਪਹਿਲਾਂ ਇੰਗਲਿਸ਼ ਜਿਹੜੀ ਹੈ ਉਹ ਕੈਨੇਡਾ 'ਚ ਸਿੱਖੇਗਾ ਉਹ ਸਿੱਖਣ ਤੋਂ ਬਾਅਦ ਫਿਰ ਉਹ ਜਿਹੜਾ ਮੇਨ ਪ੍ਰੋਗਰਾਮ ਹੈ ਉਹਦੇ ਵਿੱਚ ਟ੍ਰਾਂਸਫਰ ਲਏਗਾ ਬਟ ਇਹਦੇ 'ਚ ਇੰਡੀਆ 'ਚੋਂ ਇਹ ਐਪਲੀਕੇਸ਼ਨਾਂ ਸਕਸੈਸਫੁਲ ਇਸ ਲਈ ਨਹੀਂ ਹੁੰਦੀਆਂ ਬਿਕਾਜ਼ ਜਿਹੜਾ ਇੰਡੀਆ 'ਚ ਇੰਗਲਿਸ਼ ਦੀ ਪ੍ਰੋਫੀਸ਼ੀਐਂਸੀ ਤੁਸੀਂ ਇੰਪਰੂਵ ਕਰਨੀ ਹੈ ਜਾਂ ਇੰਗਲਿਸ਼ ਨੂੰ ਸਿੱਖਣਾ ਉਹ ਬਹੁਤ ਸਸਤਾ ਹੈ ਬਹੁਤ ਚੀਪਰ ਹੈ ਐਜ਼ ਕੰਪੇਅਰ ਟੂ ਕੈਨੇਡਾ ਤੋ ਇਹ ਜਿਹੜੀ ਇੰਗਲਿਸ਼ ਦੀ ਜਿਹੜੀ ਪੜ੍ਹਾਈ ਉਹ ਸੇਮ ਹੈ ਕੋਈ ਐਜ਼ ਸੱਚ ਕੋਈ ਡਿਫਰੈਂਸ ਨਹੀਂ ਕੁਆਲਿਟੀ ਆਫ ਐਜੂਕੇਸ਼ਨ ਕੋਈ ਡਿਫਰੈਂਸ ਨਹੀਂ ਤੋ ਬੰਦਾ ਕੋਈ 5 ਜਾਂ 6 ਟਾਈਮਸ ਜ਼ਿਆਦਾ ਪੈਸੇ ਦੇ ਕੇ ਕੈਨੇਡਾ 'ਚ ਇੰਗਲਿਸ਼ ਕਿਉਂ ਸਿੱਖੂਗਾ ਜੇ ਉਹ ਇੰਡੀਆ 'ਚ ਅਵੇਲੇਬਲ ਹੈਗੀ ਹੈ ਸੋ ਇਸ ਕਰਕੇ ਜਿਹੜੀਆਂ ਐਪਲੀਕੇਸ਼ਨਾਂ ਜ਼ਿਆਦਾ ਰਿਫਿਊਜ਼ ਹੁੰਦੇ ਨੇ ਇਸ ਕਰਕੇ ਜਿਹੜੇ ਇੰਡੀਆ 'ਚ ਐਜੂਕੇਸ਼ਨ ਕੰਸਲਟੈਂਟਸ ਨੇ ਉਹ ਇਹ ਐਪਲੀਕੇਸ਼ਨਾਂ ਘੱਟ ਫਾਈਲ ਕਰਦੇ ਆ ਜੀ ਆਇਲਸ ਦੇ ਨਾਲ ਹੁਣ ਕਿਉਂਕਿ ਆਇਲਸ ਸੈਂਟਰ ਵੀ ਨਹੀਂ ਖੁੱਲੇ ਹੈਗੇ ਇੰਡੀਆ ਦੇ ਵਿੱਚ ਤੇ ਉੱਥੇ ਹੁਣ ਸਾਰੇ ਕਿਤੇ ਕੋਵਿਡ-19 ਹੈਗਾ ਆ ਹੁਣ ਜਿਹੜੇ ਬੱਚਿਆਂ ਨੇ +2 ਕੀਤੀ ਹੈਗੀ ਹੁਣ ਉੱਥੇ ਵੀ ਪੇਪਰ ਜਿਹੜੇ ਹੈਗੇ ਆ ਉਹ ਕਈਆਂ ਦੇ ਕਹਿ ਰਹੇ ਆ ਕਿ ਹੋਣਗੇ ਕਈਆਂ ਨੂੰ ਅਗਲੀ ਕਲਾਸ ਦੇ ਵਿੱਚ ਕਰ ਦਿੱਤਾ ਗਿਆ 12th ਦੇ ਜਿਹੜੇ ਆਮ ਤੌਰ ਤੇ 12th ਕਰਕੇ ਜਿਹੜੇ ਬੱਚੇ ਨੇ ਉਹ ਇੱਥੇ ਆਉਂਦੇ ਨੇ ਤੇ ਉਹਨਾਂ ਦਾ ਜਿਹੜਾ ਗੈਪ ਪੈ ਜਾਣਾ ਹੈਗਾ ਆ ਉਹ ਕਵਰ ਹੋ ਸਕਦਾ ਹੈਗਾ ਯੈਸ ਇਹ ਤਾਂ ਵੈਲਿਡ ਰੀਜ਼ਨ ਹੈਗਾ ਹੀ ਵੈਲਿਡ ਰੀਜ਼ਨ ਹੈ ਐਜ਼ ਆਈ ਸੈਡ ਜਿਹੜਾ ਇੰਡੀਆ ਇੱਕ ਬਹੁਤ ਬੜੀ ਸੋਰਸ ਕੰਟਰੀ ਹੈ ਈਵਨ ਦੋ ਬਾਕੀ ਕੰਟਰੀਜ਼ ਤੋਂ ਵੀ ਸਟੂਡੈਂਟਸ ਆਉਂਦੇ ਨੇ ਬਟ ਬਹੁਤ ਹਾਈ ਪਰਸੈਂਟੇਜ ਹੈ ਜਿਹੜਾ ਐਟ ਦਿਸ ਪੁਆਇੰਟ ਕੈਨੇਡਾ 'ਚ ਤਕਰੀਬਨ 6.5 ਲੱਖ ਸਟੂਡੈਂਟ ਪੜ੍ਹ ਰਿਹਾ ਤਾਂ ਉਹਦਾ 30% ਜਿਹੜਾ ਹੈਗਾ ਉਹ ਇੰਡੀਅਨ ਸਟੂਡੈਂਟਸ ਨੇ ਵਿਚ ਇਜ਼ ਅ ਬਿਗ ਨੰਬਰ ਸੋ ਨਾਓ ਜਦੋਂ ਆਪਾਂ ਐਡਾ ਹਿਊਜ ਨੰਬਰ ਦੀ ਗੱਲ ਕਰਦੇ ਹਾਂ ਔਰ ਉਹ ਇੱਕ ਵਨ ਆਫ ਦ ਮੇਜਰ ਸੋਰਸ ਕੰਟਰੀ ਹੈ ਜਿੱਥੋਂ ਸਟੂਡੈਂਟ ਆ ਰਿਹਾ ਤੋ ਸਰਕਾਰ ਮੇਰੇ ਹਿਸਾਬ ਨਾਲ ਤਾਂ ਕੋਈ ਇਹੋ ਜਿਹਾ ਜ਼ਰੂਰ ਐਡਮਿਨਿਸਟ੍ਰੇਟਿਵ ਡਿਸੀਜਨ ਜ਼ਰੂਰ ਇਹੋ ਜਿਹਾ ਹੋਏਗਾ ਵੀ ਇਹ ਐਪਲੀਕੇਸ਼ਨ ਨੂੰ ਸੌਫਟਲੀ ਲਿਆ ਜਾਵੇ ਖਾਸ ਕਰਕੇ ਜਿਹੜਾ ਡਿਸੀਜਨ ਹੋਇਆ ਜਾਂ ਜਿਹੜਾ ਉਹਨਾਂ ਦਾ ਗੈਪ ਪਿਆ ਹੈਗਾ ਉਹਨਾਂ ਕੋਲ ਵੀ ਕੰਪੈਲਿੰਗ ਗਰਾਊਂਡ ਹੈ ਵੀ ਉਹਨਾਂ ਦੇ ਕੰਟਰੋਲ ਤੋਂ ਬਾਹਰ ਸੀ ਅਦਰਵਾਈਜ਼ ਉਹਨਾਂ ਨੇ ਐਪਲੀਕੇਸ਼ਨ ਜਿਹੜੀ ਹੈ ਫਾਈਲ ਕਰਦਾ ਨਹੀਂ ਸੀ ਜੇ ਹੁਣ ਕੰਟਰੀ ਦੇ ਵਿੱਚ ਲੋਕਡਾਊਨ ਹੈ ਉਹਨਾਂ ਦਾ ਜਿਹੜੇ ਥਰਡ ਪਾਰਟੀ ਐਜੂਕੇਸ਼ਨ ਜਿਹੜੇ ਐਗਜ਼ਾਮਿਨਿੰਗ ਇੰਸਟੀਟਿਊਟਸ ਨੇ ਉਹੀ ਬੰਦ ਨੇ ਤਾਂ ਆਬਵੀਅਸਲੀ ਤੁਸੀਂ ਐਪਲੀਕੇਸ਼ਨ ਨਹੀਂ ਦਾਇਰ ਕਰ ਪਾਓਗੇ ਜੀ ਬਿਲਕੁਲ ਕਾਲਰ ਨੇ ਆਪਣੇ ਨਾਲ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਹੈਲੋ good evening. Well, I'm coming from Jersey. Ji. I want to ask Ji. your consultant. Ji. Is there any change we're expecting due to the COVID upcoming immigration part? Yes, कुछ change आएगा? Chinese का टर्म जैसे Indian को preference मिलेगी? Actually, we can't hear you clearly. We can't hear you clearly. Can you repeat your question, please? हाँ जी, तनु मेरी आवाज आ रही है जी बिल्कुल मैं पूछना चाहना कंसल्टेंट जी को मैं न्यू जर्सी तो सिटीजन हाँ एक तो कोई कानून एडवांटेज है कि उसकी कनाडा शिफ्ट होना चाहिए मेरी फैमिली इंडिया से मैं सिटीजन इतने हाँ असि कनाडा मूव होना चाहते हाँ
ਉਸਦੇ ਬਾਰੇ ਸਾਨੂੰ ਗਾਈਡ ਕਰਨ। ਦੂਜਾ ਕਿ ਹੁਣ ਕੁਝ ਪ੍ਰੈਫਰੈਂਸ ਤੋਂ ਕਿ ਕੋਵਿਡ ਤੋਂ ਬਾਅਦ ਚਾਈਨੀਜ਼ ਬੰਦੇ ਘੱਟ ਇਮੀਗ੍ਰੇਟ ਹੋਣਗੇ ਤੇ ਇੰਡੀਆ ਨੂੰ ਕੁਝ ਪ੍ਰੈਫਰੈਂਸ ਮਿਲੂਗੀ, ਕੁਝ ਇਹੋ ਜਿਹਾ ਰਿਊਮਰ ਬਹੁਤ ਹੈਗਾ ਜੀ ਜੀ। ਤੇ ਅਸੀਂ ਬੀਇੰਗ ਅ ਸਿਟੀਜ਼ਨ ਆਫ ਅਮਰੀਕਾ ਕਿ ਅਸੀਂ ਕੈਨੇਡਾ ਸ਼ਿਫਟ ਕਰਨਾ ਮੰਗਦੇ ਹਾਂ ਜੀ, ਸਾਨੂੰ ਉਸ ਬਾਰੇ ਵੀ ਜ਼ਰੂਰ ਦੱਸਣ। ਵੀ ਵਾਂਟ ਟੂ ਸ਼ਿਫਟ। ਜੀ ਥੈਂਕ ਯੂ ਜੀ, ਥੈਂਕ ਯੂ ਫॉर द ਕੁਐਸਚਨ ਜੀ। ਸਭ ਤੋਂ ਪਹਿਲਾਂ ਮੈਂ ਇਹ ਦੱਸਦਾ ਵੀ ਜਿਹੜਾ ਕੈਨੇਡਾ ਦਾ ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਐਕਟ ਹੈ ਜਿਹੜਾ ਗਵਰਨ ਕਰਦਾ ਸਾਰੀ ਇਮੀਗ੍ਰੇਸ਼ਨ ਨੂੰ, ਉਹਦੇ 'ਚ ਡਿਸਕ੍ਰਿਮੀਨੇਸ਼ਨ ਕਿਸੇ ਕਿਸਮ ਦੀ ਵੀ ਨਹੀਂ ਅਲਾਉਡ ਹੈਗੀ ਹੈ। ਉਹ ਇੱਕ ਪਰਟੀਕੁਲਰ ਰੇਸ ਜਾਂ ਇੱਕ ਪਰਟੀਕੁਲਰ ਕਿਸੇ ਨੈਸ਼ਨੈਲਿਟੀ ਦੀ ਇਹੋ ਜਿਹੀ ਕੋਈ ਵੀ ਡਿਸਕ੍ਰਿਮੀਨੇਸ਼ਨ ਜਿਹੜੀ ਹੈ ਉਹ ਅਲਾਉਡ ਨਹੀਂ ਹੈ। ਤੋ ਇਹ 'ਚ ਕੋਈ ਡਿਫਰੈਂਸ ਨਹੀਂ ਹੈ ਵੀ ਕੋਈ ਬੰਦਾ ਚਾਈਨਾ ਤੋਂ ਅਪਲਾਈ ਕਰ ਰਿਹਾ ਜਾਂ ਕੋਈ ਬੰਦਾ ਇੰਡੀਆ ਤੋਂ ਅਪਲਾਈ ਕਰ ਰਿਹਾ। ਹਾਂ ਕੁਝ ਪ੍ਰੋਗਰਾਮਸ ਹੈਗੇ ਆ ਜਿਹੜੀ ਇਮੀਗ੍ਰੇਸ਼ਨ ਇਨ ਜਨਰਲ ਹੈਗੀ ਹੈ ਉਹ ਦੋ ਡਿਫਰੈਂਟ ਸੈਕਟਰਸ ਦੇ ਵਿੱਚ ਡਿਵਾਈਡ ਕੀਤੀ ਹੋਈ ਹੈ, ਇਕਨੋਮਿਕ ਹੈ ਅਤੇ ਨਾਨ ਇਕਨੋਮਿਕ ਹੈ। ਇਕਨੋਮਿਕ ਸੈਕਟਰ ਦੇ ਵਿੱਚ ਜ਼ਰੂਰ ਕਿਸੇ ਕਿਸਮ ਦੀ ਇੱਕ ਰਿਸਟ੍ਰਿਕਸ਼ਨ ਲੱਗ ਸਕਦੀ ਹੈ, ਕੈਪ ਲੱਗ ਸਕਦੀ ਹੈ, ਜਿੱਥੇ ਜਿਹੜੀਆਂ ਨੰਬਰ ਆਫ ਐਪਲੀਕੇਸ਼ਨਸ ਦਾ ਵੋਲਿਊਮ ਹੈ ਉਹਨੂੰ ਕੰਟਰੋਲ ਕਰਨ ਲਈ ਬਾਕੀ ਜਿਹੜੇ ਹੋਰ ਨੈਸ਼ਨੈਲਿਟੀਜ਼ ਨੇ ਉਹਨਾਂ ਨੂੰ ਫੇਅਰ ਚਾਂਸ ਦੇਣ ਦੇ ਲਈ ਐਪਲੀਕੇਸ਼ਨ ਜਿਹੜੀਆਂ ਕੈਪ ਕੀਤੀਆਂ ਜਾ ਸਕਦੀਆਂ ਨੇ, ਬਟ ਕਿਸੇ ਕਿਸਮ ਦੀ ਡਿਸਕ੍ਰਿਮੀਨੇਸ਼ਨ ਨਹੀਂ ਹੋ ਸਕਦੀ। ਨਾਓ ਸੈਕੰਡ ਜਿਹੜੀ ਚੀਜ਼ ਹੈ ਇਹਨਾਂ ਦਾ ਹੈਗਾ ਵੀ ਇਹ ਯੂਐਸ ਤੋਂ ਮਾਈਗ੍ਰੇਟ ਕਰਨਾ ਚਾਹੁੰਦੇ ਨੇ। ਇਹਨਾਂ ਦਾ ਜਿਹੜਾ ਕੁਐਸਚਨ ਹੈ ਬਹੁਤ ਬ੍ਰੌਡ ਕੁਐਸਚਨ ਹੈ। ਸਭ ਤੋਂ ਸੌਖਾ ਤਰੀਕਾ ਹੈਗਾ ਬੀਇੰਗ ਅ ਕੰਸਲਟੈਂਟ, ਇਹਨਾਂ ਕੋਲ ਜਿਹੜੀਆਂ ਆਪਸ਼ਨਸ ਨੇ ਕੈਨੇਡਾ ਆਉਣ ਦੀਆਂ ਉਹ 80 ਆਪਸ਼ਨਸ ਨੇ। Okay. So there are 80 ways how a person can immigrate to Canada. Now, ਜਿਹੜਾ ਇੰਡੀਵਿਜੂਅਲ ਆ ਲਾਈਕ ਹਾਊ ਵੁੱਡ ਅ ਕਲਾਇੰਟ ਨੋ ਵੀ ਉਹਦੇ ਲਈ ਬੈਸਟ ਆਪਸ਼ਨ ਕਿਹੜੀ ਹੈ। ਜੀ ਜੀ। ਸੋ ਉਹਦੇ ਲਈ ਜਿਹੜੀ ਸਾਡਾ ਰੋਲ ਬਹੁਤ ਇੰਪੋਰਟੈਂਟ ਹੈਗਾ। ਸੋ ਵੀ ਹੈਵ ਟੂ ਪਿਕ ਦ ਆਊਟ ਆਫ ਦੋਜ਼ 80 which are the suitable and which are the best options for the client. And ਸੈਕੰਡ ਸਭ ਤੋਂ ਬੜੀ ਇੰਪੋਰਟੈਂਟ ਚੀਜ਼ ਹੈਗੀ ਹੈ ਵੀ ਕਲਾਇੰਟ ਇਹ ਚੀਜ਼ ਉਹਦੇ ਦਾ ਰਿਸਕ ਆਫ ਰਿਫਿਊਜ਼ਲ ਕੀ ਹੈ। ਸਰਟਨ ਐਪਲੀਕੇਸ਼ਨਸ ਨੇ ਜਿਹੜੀਆਂ ਜਿਹਦੇ 'ਚ ਰਿਸਕ ਜਿਹੜਾ ਵੀਜ਼ਾ ਆਫਿਸਰ ਦਾ ਡਿਸਕ੍ਰੇਸ਼ਨ ਹੈ ਉਹ ਬਹੁਤ ਜ਼ਿਆਦਾ ਡਿਸਕ੍ਰਿਸ਼ਨਰੀ ਅਥਾਰਟੀ ਰੱਖਦਾ। ਜਿਵੇਂ ਵਿਜ਼ਿਟਰ ਵੀਜ਼ਾ ਐਪਲੀਕੇਸ਼ਨ ਫॉर ਐਗਜ਼ਾਮਪਲ ਉਹ ਕਿਸੇ ਨੂੰ ਵੀ ਇਹ ਕਹਿ ਕੇ ਰਿਫਿਊਜ਼ ਕੀਤਾ ਜਾ ਸਕਦਾ ਬਿਕਾਜ਼ ਵੀ ਤੁਸੀਂ ਜਾ ਕੇ ਵਾਪਸ ਨਹੀਂ ਆਓਗੇ, ਉਹਦਾ ਕੋਈ ਪੁਆਇੰਟ ਸਿਸਟਮ ਜਾਂ ਇੱਦਾਂ ਦਾ ਕੋਈ ਟੈਸਟ ਨਹੀਂ ਹੈ। ਸੋ ਐਟ ਦ ਸੇਮ ਟਾਈਮ ਕੁਝ ਇਹੋ ਜਿਹੀਆਂ ਆਪਸ਼ਨਸ ਹੁੰਦੀਆਂ ਨੇ ਕਲਾਇੰਟ ਲਈ ਜਿਹੜੀਆਂ ਆਪਾਂ ਥੋੜ੍ਹਾ ਸਰਟਨ ਹੁੰਦੇ ਹਾਂ ਵੀ ਜੇ ਆਪਾਂ ਇਹ ਰਿਕੁਆਇਰਮੈਂਟਸ ਨੂੰ ਮੀਟ ਕਰਦੇ ਆ ਤਾਂ ਜਿਹੜੀ ਐਪਲੀਕੇਸ਼ਨ ਉਹ ਸਕਸੈਸਫੁਲ ਹੋਏਗੀ। ਤਾਂ 80 ਆਪਸ਼ਨਸ ਨੇ। ਸਭ ਤੋਂ ਸੌਖਾ ਤਰੀਕਾ ਹੈਗਾ ਸਾਡੇ ਆਫਿਸ ਨੂੰ ਕਾਲ ਕਰ ਲੈਣ। ਇਹ ਅਸੈਸਮੈਂਟ ਫ੍ਰੀ ਆਫ ਕਾਸਟ ਕੀਤੀ ਜਾਂਦੀ ਹੈ। ਤਾਂ ਬਿਲਕੁਲ ਉਹ ਜਿਹੜੀ ਇਨਫੋਰਮੇਸ਼ਨ ਹੈ ਆਪਾਂ ਸਾਂਝੀ ਕਰਦੇ ਹਾਂ ਔਰ ਬਹੁਤ ਟਰਾਂਸਪੇਰੈਂਟ ਇਨਫੋਰਮੇਸ਼ਨ ਹੈ। ਜੀ ਬਿਲਕੁਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਹੈਲੋ ਸਰ। ਸਤਿ ਸ਼੍ਰੀ ਅਕਾਲ। ਹੈਲੋ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਅਮਨ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ। ਮੈਂ ਹੁਣੇ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਸੀਗਾ ਤੇ ਮੇਰਾ ਨਾ ਇੱਕ ਕੁਐਸਚਨ ਸੀਗਾ ਕਿ ਮੇਰੇ ਗ੍ਰੈਂਡਮਦਰ ਇੰਡੀਆ ਨੇ ਤੇ ਮੈਂ ਇੱਥੇ ਵਰਕ ਪਰਮਿਟ ਤੇ ਸੀਗਾ ਤੇ ਜਿਵੇਂ ਕੋਵਿਡ ਕਰਕੇ ਉਹ ਨਹੀਂ ਆ ਸਕਦੇ ਸੀਗੇ, ਬਟ ਰੀਸੈਂਟਲੀ ਲਾਸਟ ਵੀਕ ਹੀ ਮੈਂ ਪਰਮਾਨੈਂਟ ਰੈਜ਼ੀਡੈਂਟ ਹੋਇਆ ਤੇ ਕੀ ਹੁਣ ਉਹ ਆ ਸਕਦੇ ਨੇ? ਜੀ ਥੈਂਕ ਯੂ। ਜਾਂ ਮੈਨੂੰ ਵੇਟ ਕਰਨੀ ਪੈਣੀ ਹੈ ਟਿਲ ਆਈ ਗੈਟ ਮਾਈ ਪੀਆਰ ਕਾਰਡ? ਓਕੇ, ਥੈਂਕ ਯੂ ਫॉर द ਕੁਐਸਚਨ। ਥੈਂਕ ਯੂ ਜੀ। ਜੀ ਬਿਲਕੁਲ। ਜਿਹੜੇ ਗ੍ਰੈਂਡ ਪੇਰੈਂਟਸ ਨੇ ਉਹ ਉਹਨਾਂ ਨੂੰ ਬੁਲਾਇਆ ਜਾ ਸਕਦਾ ਹੈ। ਨਾਓ ਇਹਨਾਂ ਲਈ ਕਿਉਂਕਿ ਇਹਨਾਂ ਨੇ ਕਿਹਾ ਵੀ ਇਹਨਾਂ ਨੂੰ ਪੀਆਰ ਜਿਹੜੀ ਹੈ ਮਿਲ ਗਈ ਹੈ। ਸੋ ਵਨਸ ਯੂ ਬਿਕਮ ਅ ਪਰਮਾਨੈਂਟ ਰੈਜ਼ੀਡੈਂਟ ਸਟੇਟਸ ਤੁਸੀਂ ਓਬਟੇਨ ਕਰ ਲੈਂਦੇ ਹੋ। ਪੀਆਰ ਕਾਰਡ ਤੁਹਾਡੇ ਕੋਲ ਹੋਣਾ ਜ਼ਰੂਰੀ ਨਹੀਂ ਹੈ। ਇਹ ਮੈਂ ਥੋੜ੍ਹਾ ਇਹਦੇ 'ਚ ਐਡੀਸ਼ਨ ਕਰਨਾ ਚਾਹੂੰਗਾ। ਬਹੁਤ ਵਿਅਕਤੀ ਇਹ ਸਮਝਦੇ ਨੇ ਵੀ ਜੇ ਮੇਰੇ ਕੋਲ ਪੀਆਰ ਕਾਰਡ ਨਹੀਂ ਹੈ ਤਾਂ ਮੇਰਾ ਸਟੇਟਸ ਜਿਹੜਾ ਹੈਗਾ ਉਹ ਪਰਮਾਨੈਂਟ ਰੈਜ਼ੀਡੈਂਟ ਨਹੀਂ ਹੈ। ਪੀਆਰ ਕਾਰਡ ਇੱਕ ਸਿਰਫ ਐਕਸੈਸ ਕਾਰਡ ਹੈ। ਉਹ ਪੀਆਰ ਕਾਰਡ ਦੀ ਜ਼ਰੂਰਤ ਸਿਰਫ ਤੁਹਾਨੂੰ ਕੈਨੇਡਾ 'ਚ ਰੀਐਂਟਰ ਲਈ ਹੋਣ ਲਈ ਜ਼ਰੂਰਤ ਹੁੰਦੀ ਹੈ। ਅਦਰਵਾਈਜ਼ ਤੁਹਾਨੂੰ ਪੀਆਰ ਕਾਰਡ ਦੀ ਜ਼ਰੂਰਤ ਵੀ ਨਹੀਂ ਹੈ। ਜੇ ਤੁਸੀਂ ਕੈਨੇਡਾ 'ਚ ਰਹਿ ਰਹੇ ਹੋ ਤੁਹਾਡਾ ਸਟੇਟਸ ਪੀਆਰ ਹੀ ਰਹੇਗਾ। ਜੇ ਤੁਸੀਂ ਕੰਟਰੀ ਛੱਡ ਕੇ ਚਲੇ ਜਾਂਦੇ ਹੋ ਤਾਂ ਫਿਰ ਤੁਸੀਂ ਬਾਹਰ ਰਹਿ ਲੈਂਦੇ ਹੋ ਔਰ ਰੈਜ਼ੀਡੈਂਸੀ ਆਬਲੀਗੇਸ਼ਨ ਦੀਆਂ ਕੰਡੀਸ਼ਨ ਤੁਸੀਂ ਪੂਰੀ ਨਹੀਂ ਕਰਦੇ, ਸਟਿਲ ਵੀ ਤੁਸੀਂ ਸਾਰੀ ਲਾਈਫ ਪੀਆਰ ਹੀ ਰਹਿੰਦੇ ਹੋ ਅੰਟਿਲ ਐਂਡ ਅਨਲੈਸ ਜਾਂ ਤੁਸੀਂ ਖੁਦ ਜਿਹੜੀ ਆਪਣੀ ਰੈਜ਼ੀਡੈਂਸੀ ਹੈ ਉਹ ਰਿਲਿੰਗੁਇਸ਼ ਨਹੀਂ ਕਰ ਲੈਂਦੇ, ਛੱਡ ਨਹੀਂ ਦਿੰਦੇ, ਜਾਂ ਫਿਰ ਤੁਸੀਂ ਜਿਹੜਾ ਹੈਗਾ ਆਪਣਾ ਰਾਈਟ ਆਫ ਅਪੀਲ ਛੱਡ ਦਿੰਦੇ ਹੋ ਜਾਂ ਫਿਰ ਤੁਸੀਂ ਅਪੀਲ ਹਾਰ ਜਾਂਦੇ ਹੋ ਰੈਜ਼ੀਡੈਂਸੀ ਆਬਲੀਗੇਸ਼ਨ ਦੀ, ਫਿਰ ਤੁਸੀਂ ਆਪਣਾ ਸਟੇਟਸ ਜਿਹੜਾ ਲੂਜ਼ ਕਰਦੇ ਹੋ। ਬਿਲਕੁਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹੈਲੋ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ
ਮੈਂ ਤੁਹਾਡਾ ਪ੍ਰੋਗਰਾਮ ਦੇਖ ਰਹੀ ਸੀ ਤਾਂ ਮੇਰਾ ਸਵਾਲ ਸੀ ਕਿ ਜਿੱਦਾਂ ਮੈਂ ਆਪਣੇ ਹਸਬੈਂਡ ਦਾ ਸਪਾਊਸਲ ਕੇਸ ਲਗਾਇਆ ਹੋਇਆ ਜੀ ਮੈਰਿਜ ਕੇਸ, ਠੀਕ ਹੈ, ਤੇ ਉਹ ਵਾਇਰਸ ਕਰਕੇ ਹੁਣ ਪ੍ਰੋਸੈਸ ਬਹੁਤ ਡਿਲੇ ਹੋ ਰਿਹਾ, ਤਾਂ ਪੁੱਛਣਾ ਸੀ ਕਿ ਹਲੇ ਕਿੰਨੂੰ ਹੋਰ ਟਾਈਮ ਲੱਗੂਗਾ ਪ੍ਰੋਸੈਸਿੰਗ ਟਾਈਮ, ਕਿਉਂਕਿ ਆਲਰੇਡੀ 1 year ਹੋ ਚੁੱਕਿਆ ਜੀ, ਤਾਂ ਉਹ ਹਲੇ ਵੀ ਪ੍ਰੋਸੈਸਿੰਗ 'ਚ ਦਿਖਾ ਰਿਹਾ। ਜੀ ਥੈਂਕ ਯੂ ਫॉर द ਕੁਐਸਚਨ। ਬਿਲਕੁਲ ਇਹ ਬਹੁਤ ਸਾਰਿਆਂ ਦਾ ਕੁਐਸਚਨ ਹੈਗਾ ਆ ਜਿਹਨਾਂ ਦਾ ਸਪਾਊਸਲ ਵੀਜ਼ਾ ਲੱਗਿਆ ਹੋਇਆ ਹੈ ਕਿ ਇਨ ਪ੍ਰੋਸੈਸ ਫਾਈਲ ਸੀਗੀ, ਸੋ ਉਹਨਾਂ ਦਾ ਕਿੰਨਾ ਟਾਈਮ ਲੱਗ ਸਕਦਾ ਹੈ ਅੱਗੇ? ਕੋਵਿਡ ਕਰਕੇ ਬਿਲਕੁਲ ਇਫੈਕਟ ਕੀਤਾ ਹੈਗਾ ਜੀ ਜਿਹੜੇ ਡਿਸੀਜਨਸ ਨੇ, ਔਰ ਖਾਸ ਕਰਕੇ ਉਹਨਾਂ ਇੰਡੀਵਿਜੂਅਲ ਦੇ ਜਿੱਥੇ ਵੀਜ਼ਾ ਆਫਿਸ ਇਹ ਮੇਕ ਸ਼ੋਰ ਕਰਨਾ ਚਾਹੁੰਦਾ ਹੈ, ਜਿਵੇਂ ਦੋਨੇ ਟੈਸਟ ਹੁੰਦੇ ਨੇ ਸੈਕਸ਼ਨ 4 ਦੇ ਅੰਦਰ ਵੀ ਇਹ ਜੈਨੂਨ ਹੈ, ਔਰ ਜਿਹੜਾ ਇੰਡੀਵਿਜੂਅਲ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਜਾਂ ਜਿਹੜਾ ਇੰਡੀਵਿਜੂਅਲ ਸਪਾਂਸਰਸ਼ਿਪ ਫਾਈਲ ਕਰ ਰਿਹਾ, ਦੋਨਾਂ ਦਾ ਇੰਟੈਂਟ ਜਿਹੜਾ ਇਹ ਨਹੀਂ ਹੈਗਾ ਵੀ ਕਿਸੇ ਨੂੰ ਐਕਸੈਸ ਦਿਵਾਇਆ ਜਾਵੇ, ਇਮੀਗ੍ਰੇਸ਼ਨ ਦੀ ਪ੍ਰਿਵਿਲੇਜ ਜਿਹੜੀ ਆ ਉਹ ਦਵਾਈ ਜਾਵੇ ਨਾ। ਇਸ ਦੇ ਲਈ ਜਿਹੜੇ ਕੇਸਿਸ ਨੇ ਉਹਨਾਂ ਨੂੰ ਇੰਟਰਵਿਊ ਲਈ ਬੁਲਾਇਆ ਜਾਂਦਾ ਹੁਣ, ਕਿਉਂਕਿ ਆਫਿਸਿਸ ਸਾਰੇ ਕਿਤੇ ਜਿਹੜਾ ਇਨ ਪਰਸਨ ਉਹ ਇੰਟਰਵਿਊਜ਼ ਬੰਦ ਹੋਈਆਂ ਨੇ, ਜਿਹਦੇ ਕਰਕੇ ਡਿਲੇ ਜਿਹੜਾ ਹੈਗਾ ਉਹ ਸੁਭਾਵਿਕ ਹੈ ਆਉਣਾ। ਔਰ ਜਦੋਂ ਇਹ ਚੀਜ਼ਾਂ ਖੁੱਲਣਗੀਆਂ ਵੀ, ਰੀਓਪਨ ਵੀ ਹੋਣਗੀਆਂ, ਤਾਂ ਫਿਰ ਵੀ ਇਹ ਇੱਕ ਬਹੁਤ ਬੜਾ ਇਸ਼ੂ ਰਹੇਗਾ। ਅੱਜ ਦੀ ਹੀ ਇਨਫੈਕਟ ਨਿਊਜ਼ ਹੈ ਇਮੀਗ੍ਰੇਸ਼ਨ ਕੈਨੇਡਾ ਨੇ ਰਿਲੀਜ਼ ਕੀਤੀ ਹੈ, ਜਿੱਥੇ ਉਹ ਐਕਸਪੈਕਟ ਕਰ ਰਹੇ ਨੇ ਵੀ ਬਹੁਤ ਓਵਰਵੈਲਮਿੰਗ ਇੱਕ ਰਿਸਪੌਂਸ ਆਏਗਾ ਐਪਲੀਕੇਸ਼ਨਸ ਦਾ, ਔਰ ਇੱਕੋ ਦਮ ਸਪਾਈਕ ਅਪ ਹੋਣਗੀਆਂ ਐਪਲੀਕੇਸ਼ਨਸ, ਕਿਉਂਕਿ ਕਿੰਨੇ ਸਮਾਂ ਹੋ ਗਿਆ ਜਿਹੜੀ ਕੋਵਿਡ ਕਰਕੇ ਜਿਹੜੇ ਇੰਡੀਵਿਜੂਅਲ ਸੀ ਉਹ ਹਾਲਟ ਤੇ ਨੇ, ਸਿਸਟਮ ਹਾਲਟ ਤੇ ਹੈ। ਸੋ ਉਹਨਾਂ ਲਈ ਵੀ ਇੱਕ ਚੈਲੰਜ ਹੋਏਗਾ ਵੀ ਉਹਨੇ ਨੰਬਰ ਆਫ ਲਿਮਿਟਡ ਆਫਿਸਰਸ ਨੂੰ ਫੇਅਰ ਡਿਸੀਜਨ ਬਣਾਉਣੇ, ਇਹ ਵੀ ਹੈਗਾ ਵੀ ਤੁਹਾਨੂੰ ਇੱਕ ਟਾਈਮ ਦੇਣਾ ਪੈਂਦਾ ਔਰ ਫੇਅਰ ਡਿਸੀਜਨ ਬਣਾਉਣਾ ਪੈਂਦਾ। ਜਲਦਬਾਜ਼ੀ 'ਚ ਕਈ ਵਾਰ ਡਿਸੀਜਨ ਜਿਹੜੇ ਨੇ ਗਲਤ ਹੋ ਸਕਦੇ ਨੇ। ਇਸੇ ਕਰਕੇ ਮੈਂ ਬਾਰ-ਬਾਰ ਇਹ ਪਲੀਡ ਕਰਦਾ ਵੀ ਜਦੋਂ ਵੀ ਤੁਹਾਡਾ ਕੇਸ ਰਿਫਿਊਜ਼ ਹੁੰਦਾ, ਪਲੀਜ਼ ਆਪਣਾ ਰਾਈਟ ਟੂ ਅਪੀਲ ਨੂੰ ਯੂਜ਼ ਕਰਿਆ ਕਰੋ। ਜੀ ਬਿਲਕੁਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀ ਕਿ ਮੈਂ ਪਿਛਲੇ 4 ਸਾਲ ਤੋਂ ਆਪਣੇ ਪੇਰੈਂਟਸ ਦੀ ਐਪਲੀਕੇਸ਼ਨ ਟਰਾਈ ਕਰ ਰਿਹਾ ਹੈਗਾ, ਪਿਛਲੇ ਸਾਲ ਵੀ ਮੈਂ ਭਰ ਨਹੀਂ ਪਾਇਆ, ਤੇ ਇਸ ਸਾਲ ਕਦੋਂ ਕੁ ਨਿਕਲੂਗੀ ਐਪਲੀਕੇਸ਼ਨ? ਜੀ ਬਹੁਤ ਵਧੀਆ ਕੁਐਸਚਨ ਹੈਗਾ ਜੀ ਤੁਹਾਡਾ, ਥੈਂਕ ਯੂ ਜੀ। ਬਿਲਕੁਲ, ਇਹ ਹੁਣ ਆਪ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਜਿਹੜੇ ਚੇਂਜ ਹੋ ਗਏ ਨੇ, ਉਹਨਾਂ ਨੇ ਡਿਸੀਜਨ ਹਜੇ ਲਿਆ ਨਹੀਂ। ਹਰ ਕਿਸੇ ਨੇ ਉਸ ਜਿਹੜਾ ਜਦੋਂ ਕ੍ਰੈਸ਼ ਹੋਇਆ ਸੀ ਸਿਸਟਮ, ਪੇਰੈਂਟਸ ਦਾ ਅਪਲਾਈ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਕਦੋਂ ਜਿਹੜੀਆਂ ਨਵੀਆਂ ਤਬਦੀਲੀਆਂ ਆਉਣਗੀਆਂ? ਓਕੇ, ਜਿਹੜੀ ਆਲਰੇਡੀ ਐਪਲੀਕੇਸ਼ਨ ਸੀ ਉਹ ਸਰਕਾਰ ਨੇ ਅਨਾਉਂਸ ਕੀਤਾ ਸੀ ਵੀ ਅਸੀਂ ਲੈਣੀ ਸ਼ੁਰੂ ਕਰਾਂਗੇ, ਬਟ ਦੈਨ ਕੋਵਿਡ ਕਰਕੇ ਉਹਨਾਂ ਨੂੰ ਪੋਸਟਪੋਨ ਕਰਨਾ ਪਿਆ, ਔਰ ਨਵੀਂ ਕੋਈ ਵੀ ਉਹ ਡੇਟ ਜਿਹੜੀ ਅਨਾਉਂਸ ਨਹੀਂ ਕਰ ਰਹੇ। ਸੈਕਿੰਡ ਜਿਹੜਾ ਇਹਨਾਂ ਦਾ ਕੁਐਸਚਨ ਸੀਗਾ ਵੀ ਮੈਂ 4 ਵਾਰ ਅਪਲਾਈ ਕਰ ਚੁੱਕਿਆ, ਸੋ ਜਿਹੜੀਆਂ ਇਹ ਫੇਲਡ ਅਟੈਂਪਟਸ ਹੋ ਰਹੀਆਂ ਨੇ, ਕਿਉਂਕਿ ਉਹਦੀ ਰੀਜ਼ਨ ਹੈਗਾ ਵੀ ਜਿਹੜੀ ਐਪਲੀਕੇਸ਼ਨ ਤੇ ਲਿਮਿਟ ਲੱਗੀ ਹੋਈ ਹੈ ਵੀ ਕਿੰਨੀ ਐਪਲੀਕੇਸ਼ਨ ਸਰਕਾਰ ਲਏਗੀ, ਜਾਂ ਤਾਂ ਸਰਕਾਰ ਉਹ ਜਿਹੜਾ ਕੈਪ ਉਹਨੂੰ ਹਟਾ ਦੇ ਬਿਲਕੁਲ, ਔਰ ਫਸਟ ਕਮ ਫਸਟ ਸਰਵ ਐਪਲੀਕੇਸ਼ਨਸ ਲੈਣਾ ਸ਼ੁਰੂ ਕਰ ਦੇ, ਤਾਂ ਫਿਰ ਤਾਂ ਸਰਟਨ ਹੋ ਜਾਊਗਾ ਵੀ ਇੰਡੀਵਿਜੂਅਲ ਜਿਹੜੇ ਨੇ ਜਦੋਂ ਤੁਸੀਂ ਅਪਲਾਈ ਕਰਦੇ ਹੋ ਸਪਾਂਸਰਸ਼ਿਪ ਆਪਣੇ ਪੇਰੈਂਟਸ ਦੀ, ਤਾਂ ਤੁਸੀਂ ਤੁਹਾਡੀ ਐਪਲੀਕੇਸ਼ਨ ਐਟਲੀਸਟ ਤੁਹਾਡੀ ਸੁਣਵਾਈ ਹੋਏਗੀ। ਪਰ ਉਹ ਕਰਨੇ ਸਰਕਾਰ ਲਈ ਦੂਜੀ ਸਭ ਤੋਂ ਬੜੀ ਪ੍ਰੋਬਲਮ ਜਿਹੜੀ ਹੈਗੀ ਉਹ ਹੈਗੀ ਹੈ ਵੀ ਨੰਬਰ ਆਫ ਐਪਲੀਕੇਸ਼ਨ ਵੱਧ ਜਾਣਗੇ, ਜਿਹਦੇ ਕਰਕੇ ਡਿਲੇ ਹੋਰ ਵੱਧ ਜਾਏਗਾ। ਸੋ ਇਸ ਵਿੱਚ ਕਰਕੇ ਜਿਹੜੀ ਸਰਕਾਰ ਹੈ ਅੱਜ ਤੱਕ, ਜਿਵੇਂ ਪਿਛਲੇ ਆਲਮੋਸਟ ਲੰਬੇ ਸਮੇਂ ਤੋਂ ਆਲਮੋਸਟ 8 to 9 years ਹੋ ਗਏ ਹੈ, ਜਦੋਂ ਇਹ ਫਸਟ ਕਮ ਫਸਟ ਸਰਵ ਪ੍ਰੋਸੈਸ ਉਹਨਾਂ ਨੇ ਬੰਦ ਕੀਤਾ ਸੀ, ਆਈ ਥਿੰਕ 2012 ਜਾਂ 13, ਮੈਂ ਗਲਤ ਵੀ ਹੋ ਸਕਦਾ, ਉਸ ਵਕਤ ਤੋਂ ਸਰਕਾਰ ਬਾਰ-ਬਾਰ ਇਹ ਕੋਸ਼ਿਸ਼ ਕਰ ਰਹੀ ਹੈ ਵੀ ਕਿਵੇਂ ਇਹਨੂੰ ਇੱਕ ਫੇਅਰ ਪ੍ਰੋਸੈਸ ਬਣਾਇਆ ਜਾਵੇ। ਸੋ ਇਹਨਾਂ ਲਈ ਜਿਹੜਾ ਇੱਕ ਹੋਰ ਰਸਤਾ ਵਧੀਆ ਹੈਗਾ ਉਹ ਹੈਗਾ ਸੈਕਸ਼ਨ 25 ਦੇ ਅੰਦਰ ਹਿਊਮਨਿਟੇਰੀਅਨ ਕੰਪੈਸ਼ਨ ਕੰਸੀਡਰੇਸ਼ਨਸ, ਉਹਦੀ ਇੱਕ ਐਪਲੀਕੇਸ਼ਨ, ਇੱਕ ਪਲੀਡਿੰਗਸ ਫਾਈਲ ਕਰਨ ਮਿਨਿਸਟਰ ਡੈਲੀਗੇਟ ਨੂੰ। ਇਹਨਾਂ ਦਾ ਕੇਸ ਇਸ ਲਈ ਬਹੁਤ ਵਧੀਆ ਕਿਉਂਕਿ ਮਿਨਿਸਟਰ ਡੈਲੀਗੇਟ ਸਪੈਸ਼ਲ ਸਰਕਮਸਟਾਂਸ ਦੇ ਤੌਰ ਤੇ ਇਹ ਚੀਜ਼ ਵੀ ਦੇਖਦਾ ਵੀ ਇਹਨਾਂ ਕੋਲ ਕੋਈ ਆਲਟਰਨੇਟ ਆਪਸ਼ਨ ਹੈ, ਜਿਹੜਾ ਇਹਨਾਂ ਨੂੰ ਹਾਰਡਸ਼ਿਪ ਆ ਰਹੀ ਹੈ, ਪੇਰੈਂਟਸ ਨੂੰ ਹਾਰਡਸ਼ਿਪ ਆ ਰਹੀ ਹੈ ਜਾਂ ਫੈਮਿਲੀ ਰੀਯੂਨੀਫਿਕੇਸ਼ਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ, ਇਹਨਾਂ ਕੋਲ ਕੋਈ ਸਪੈਸ਼ਲ, ਇਹਨਾਂ ਕੋਲ ਕੋਈ ਹੋਰ ਜ਼ਰੀਆ ਹੈ, ਕਿਉਂਕਿ ਹੁਣ ਇਹ 4 ਵਾਰ ਆਲਰੇਡੀ ਅਟੈਂਪਟ ਕਰ ਚੁੱਕੇ ਨੇ, ਔਰ ਹੋ ਸਕਦਾ ਹੈ ਆਉਂਦੇ ਨੰਬਰ ਆਫ ਈਅਰਸ ਅਟੈਂਪਟ ਕਰਦੇ ਰਹਿਣ, ਇਹਨਾਂ ਦੀ ਐਪਲੀਕੇਸ਼ਨ ਕਦੇ ਵੀ ਸਿਲੈਕਟ ਨਾ ਹੋਵੇ। ਸੋ ਇਹੋ ਜਿਹੇ ਇੰਡੀਵਿਜੂਅਲਸ ਲਈ ਜਿਹੜੇ ਆਲਰੇਡੀ ਇੰਨੀਆਂ ਅਟੈਂਪਟਸ ਕਰ ਚੁੱਕੇ ਨੇ ਔਰ ਕੁਆਲੀਫਾਈ ਕਰਦੇ ਨੇ, ਉਹਨਾਂ ਲਈ ਸੈਕਸ਼ਨ 25 ਦੇ ਅੰਦਰ ਜਿਹੜੀ ਹਿਊਮਨਿਟੇਰੀਅਨ ਕੰਪੈਸ਼ਨ ਗਰਾਊਂਡਸ, ਉਹ ਗੂਗਲ ਕਰਕੇ ਵੀ ਦੇਖ ਸਕਦੇ ਨੇ, ਉਹਦੇ 'ਚ ਉਹਨਾਂ ਨੇ ਕੁਝ ਸਰਕਮਸਟੈਂਸਿਸ, ਮਾਫ ਕਰਨਾ, ਕੁਝ ਫੈਕਟਰ ਦੱਸੇ ਹੋਏ ਨੇ, ਜੋ ਇਹਨਾਂ ਦੇ ਜਿਹੜੇ ਫੈਕਟਰਸ ਉਹ ਐਗਜ਼ਿਸਟ ਕਰਦੇ ਨੇ, ਤਾਂ ਉਹ ਐਪਲੀਕੇਸ਼ਨ ਵੀ ਕਰੀ ਜਾ ਸਕਦੀ ਹੈ। ਜੀ ਬਿਲਕੁਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਹੈਲੋ ਜੀ, ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਮੈਂ ਤੁਹਾਡੇ ਗੈਸਟ ਨੂੰ ਕੁਐਸਚਨ ਪੁੱਛਣਾ ਚਾਹੁੰਦਾ ਸੀ ਕਿ ਮੇਰੇ ਮੰਮੀ ਡੈਡੀ ਆਏ ਹੋਏ ਨੇ ਉਹ ਵਿਜ਼ਿਟ ਤੇ ਆਏ ਹੋਏ ਸੀਗੇ ਉਹਨਾਂ ਦੀ 6 ਮਹੀਨੇ ਤੱਕ ਉਹ ਰਹਿ ਸਕਦੇ ਸੀ ਪਰ ਹੁਣ ਕੋਵਿਡ ਕਰਕੇ ਉਹ ਜਾ ਨਹੀਂ ਸਕਦੇ ਸੀ ਉਹਦਾ ਸਾਨੂੰ ਕੁਝ ਐਕਸਟੈਂਡ ਕਰਾਉਣਾ ਪਊਗਾ ਕਿ ਉਹਦਾ ਕੀ ਪ੍ਰੋਸੀਜਰ ਜੀ ਥੈਂਕ ਯੂ ਜੀ ਆਲਰੇਡੀ ਤੁਸੀਂ ਇਹਦਾ ਆਨਸਰ ਦੇ ਚੁੱਕੇ ਹੈਗੇ ਆ ਪਰ ਫਿਰ ਵੀ ਤੁਸੀਂ ਇੱਕ ਵਾਰੀ ਜੇ ਬਰੀਫ ਚ ਕੁਝ ਕਹਿਣਾ ਚਾਹੋਗੇ ਜੀ ਬਿਲਕੁਲ ਜਿਹੜੀ ਐਕਸਟੈਂਸ਼ਨ ਹੈਗੀ ਹੈ ਉਹ ਇਹਨਾਂ ਨੂੰ ਫਾਈਲ ਕਰਨੀ ਪਊਗੀ ਕਿਉਂਕਿ ਸਟੇਟਸ ਮੇਨਟੇਨ ਕਰਨਾ ਇੰਡੀਵਿਜੂਅਲ ਦੀ ਜ਼ਿੰਮੇਵਾਰੀ ਹੈ ਆਨਲਾਈਨ ਐਪਲੀਕੇਸ਼ਨ ਐਕਸਟੈਂਸ਼ਨ ਦੀਆਂ ਹਾਲੇ ਵੀ ਐਕਸੈਪਟ ਹੋ ਰਹੀਆਂ ਨੇ ਜੇ ਉਹ 90 ਡੇਜ਼ ਨਹੀਂ ਹੋਏ ਉਹਨਾਂ ਦੇ ਐਕਸਪਾਇਰ ਹੋਏ ਨੂੰ ਤਾਂ ਹਾਲੇ ਉਹ ਅਪਲਾਈ ਕਰ ਸਕਦੇ ਨੇ ਜੇ 90 ਡੇਜ਼ ਉਹ ਕ੍ਰਾਸ ਕਰ ਗਏ ਤਾਂ ਫਿਰ ਉਹ ਆਊਟ ਆਫ ਸਟੇਟਸ ਹੋਣਗੇ ਜੀ ਬਿਲਕੁਲ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ हेलो ਹੈਲੋ 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 हेलो ਜੀ ਸਵਾਗਤ ਹੈ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡਾ टोरंटो में भी आपका ऑफिस है हमें अगर टोरंटो में किसी को मिलना हो हम टोरंटो कोई डिटेल आप दे पाए थैंक यू जी जी थैंक यू जी जी टोरंटो में हमारा जो ऑफिस है वो ब्रैम्पटन में ऑफिस है और वहाँ पे मेरे गुरप्रीत खैरा हैं जो मेन कंसल्टेंट है वो आपको एडवाइस कर सकते हैं और हमारे ऑफिस ईमेल आप लिख सकते हैं www.cwccanada.com या फिर हमारे ऑफिस का नंबर जो है 9056704444 ये उस ऑफिस का नंबर है और आप अपॉइंटमेंट बना के मिल सकते हैं ਬਿਲਕੁਲ ਤੇ ਜਿਹੜੇ ਕਾਲ ਕਰ ਰਹੇ ਹੈਗੇ ਆ ਉਹ ਤੁਸੀਂ ਇਹਨਾਂ ਨੂੰ ਸਿੱਧੇ ਤੌਰ ਦੇ ਉੱਤੇ ਵੀ ਈਮੇਲ ਕਰ ਸਕਦੇ ਹੈਗੇ ਆ ਤੇ ਤੁਸੀਂ ਇਹਨਾਂ ਨੂੰ ਮੈਸੇਜ ਵੀ ਕਰ ਸਕਦੇ ਹੈਗੇ ਆ ਤੇ ਜੇ ਤੁਹਾਡੇ ਕੋਲ ਕੋਈ ਕੁਐਸਚਨ ਹੈਗਾ ਫਿਲਹਾਲ ਜਿਹੜਾ ਪ੍ਰੋਗਰਾਮ ਦਾ ਟਾਈਮ ਜਿਹੜਾ ਸਾਨੂੰ ਇਜਾਜ਼ਤ ਨਹੀਂ ਦਿੰਦਾ ਹੋਰ ਕੁਐਸਚਨ ਪੁੱਛਣ ਦੀ ਸੋ ਇੱਕ ਵਾਰੀ ਤੁਹਾਨੂੰ ਫੇਰ ਅਸੀਂ ਸੌਰੀ ਕਹਿੰਦੇ ਆ ਜਿਹੜੇ ਵੀ ਲਾਈਨ ਦੇ ਉੱਤੇ ਬਣੇ ਹੋਏ ਨੇ ਕਾਲਰ ਥੈਂਕ ਯੂ ਕਾਲ ਕਰਨ ਦੇ ਲਈ ਸੋ ਮਿਸਟਰ ਖੇੜਾ ਹੋਰ ਵੀ ਬਹੁਤ ਸਾਰੇ ਇਮੀਗ੍ਰੇਸ਼ਨ ਦੇ ਰਿਲੇਟਡ ਕੁਐਸਚਨ ਹੈਗੇ ਨੇ ਜੇ ਅਸੀਂ ਪੁੱਛੀ ਜਾਈਏ ਤਾਂ ਮੈਨੂੰ ਲੱਗਦਾ ਬਹੁਤ ਸਾਰੇ ਘੰਟੇ ਆ ਜਿਹੜੇ ਉਹ ਵੀ ਥੋੜੇ ਪੈ ਜਾਣਗੇ ਪਰ ਅੱਜ ਦੇ ਲਈ ਤੁਸੀਂ ਇਨਫੋਰਮੇਸ਼ਨ ਇੰਨੀ ਜ਼ਿਆਦਾ ਸਾਨੂੰ ਦਿੱਤੀ ਹੈਗੀ ਆ ਉਹਦੇ ਲਈ ਬਹੁਤ ਬਹੁਤ ਧੰਨਵਾਦ ਅਸੀਂ ਕੋਸ਼ਿਸ਼ ਕਰਾਂਗੇ ਕਿ ਨੈਕਸਟ ਟਾਈਮ ਵੀ ਤੁਹਾਡੇ ਨਾਲ ਇਸ ਤਰ੍ਹਾਂ ਬੈਠਿਆ ਜਾਵੇ ਤੇ ਤੁਹਾਡੇ ਤੋਂ ਕੁਐਸਚਨਸ ਦੇ ਆਨਸਰ ਲਏ ਜਾਣ ਜਿਹੜੇ ਕਿ ਅਕਸਰ ਸਾਡੇ ਦਿਮਾਗ ਦੇ ਵਿੱਚ ਆ ਜਾਂਦੇ ਨੇ ਕਿ ਇਮੀਗ੍ਰੇਸ਼ਨ ਦੇ ਰਿਲੇਟਡ ਕੀ ਕੁਝ ਹੋਣਾ ਚਾਹੀਦਾ ਕੀ ਕਹਿਣਾ ਚਾਹੁੰਦੇ ਆ ਜਾਂਦੇ ਵਿਊਅਰਸ ਨੂੰ ਜਾਂਦੇ ਜਾਂਦੇ ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹੂੰਗਾ ਬਿਕੋਜ਼ ਆਫ ਕੋਵਿਡ ਤੁਸੀਂ ਜੇ ਤੁਹਾਡੇ ਪੇਰੈਂਟਸ ਆਏ ਹੋਏ ਨੇ ਜਾਂ ਤੁਸੀਂ ਖੁਦ ਇੱਥੇ ਹੋਗੇ ਕੈਨੇਡਾ ਦੇ ਵਿੱਚ ਮੌਜੂਦ ਹੋ ਤਾਂ ਆਪਣਾ ਸਟੇਟਸ ਨੂੰ ਪਲੀਜ਼ ਮੇਨਟੇਨ ਰੱਖਿਓ ਕਾਫੀ ਇੰਡੀਵਿਜੂਅਲ ਇਹ ਸਮਝ ਰਹੇ ਨੇ ਵੀ ਆਫਿਸਿਸ ਬੰਦ ਨੇ ਸੋ ਆਫਿਸਿਸ ਆਨਲਾਈਨ ਹਾਲੇ ਵੀ ਖੁੱਲੇ ਨੇ ਸਟੇਟਸ ਤੁਸੀਂ ਆਪਣਾ ਮੇਨਟੇਨ ਰੱਖਣਾ ਹੈਗਾ ਔਰ ਇਸ ਤੋਂ ਇਲਾਵਾ ਤੁਸੀਂ ਐਪਲੀਕੇਸ਼ਨ ਬਿਫੋਰ ਐਕਸਪਾਇਰੀ ਫਾਈਲ ਕਰਨੀ ਹੈ ਜੇ ਤੁਹਾਡਾ ਸਟੇਟਸ ਜੇ ਐਕਸਪਾਇਰ ਹੋ ਗਿਆ ਤਾਂ 90 ਡੇਜ਼ ਫਿਰ ਵੀ ਤੁਹਾਡੇ ਕੋਲ ਟਾਈਮ ਹੈਗਾ ਤੁਸੀਂ ਆਪਣਾ ਸਟੇਟਸ ਰਿਸਟੋਰ ਕਰ ਲਓ ਸੈਕੰਡ ਜਿਹੜੀ ਚੀਜ਼ ਹੈ ਜਦੋਂ ਵੀ ਵੀਜ਼ਾ ਆਫਿਸਰ ਤੁਹਾਡੀ ਐਪਲੀਕੇਸ਼ਨ 'ਤੇ ਡਿਸੀਜਨ ਲੈਂਦਾ ਜਿਵੇਂ ਅੱਜ ਦਾ ਟੌਪਿਕ ਸੀ ਵੀ ਪਲੀਜ਼ ਉਹਨੂੰ ਫੁੱਲ ਐਂਡ ਫਾਈਨਲ ਡਿਸੀਜਨ ਨਾ ਸਮਝਿਆ ਜਾਵੇ ਬਹੁਤ ਇਹੋ ਜਿਹੇ ਕੇਸਿਸ ਨੇ ਜਿੱਥੇ ਅਸੀਂ ਇੰਡੀਵਿਜੂਅਲਸ ਨੂੰ ਮਿਲਦੇ ਹਾਂ ਜਿੱਥੇ ਉਹਨਾਂ ਦੇ ਖਿਲਾਫ ਡਿਸੀਜਨ ਲਿਆ ਜਾਂਦਾ ਔਰ ਬੜਾ ਅਨਫੇਅਰ ਡਿਸੀਜਨ ਹੁੰਦਾ ਔਰ ਫਿਰ ਉਹ ਸਮਝ ਕੇ ਚੁੱਪ ਕਰ ਜਾਂਦੇ ਨੇ ਵੀ ਸ਼ਾਇਦ ਇਹ ਲਾਸਟ ਸਾਡੇ ਕੋਲ ਐਵਨਿਊ ਸੀਗਾ ਐਂਡ ਤੁਸੀਂ ਆਪਣਾ ਰਾਈਟ ਆਫ ਅਪੀਲ ਯੂਜ਼ ਕਰਨਾ ਹੈ ਸੋ ਐਨੀ ਟਾਈਮ ਜਿਵੇਂ ਮੈਂ ਕਿਹਾ ਸੀ ਵੀ ਸਾਡੇ ਕੋਲ 80 ਆਪਸ਼ਨਸ ਅਵੇਲੇਬਲ ਹੁੰਦੀਆਂ ਨੇ ਕੈਨੇਡਾ ਆਉਣ ਲਈ ਐਨੀ ਟਾਈਮ ਤੁਹਾਨੂੰ ਕੋਈ ਇਹੋ ਜਿਹੀ ਸਲਾਹ ਚਾਹੀਦੀ ਹੈ ਸਾਡੇ ਆਫਿਸ ਨੂੰ ਕਾਲ ਕਰਕੇ ਜਿਹੜੇ ਸਾਡੇ ਨੰਬਰ ਨੇ ਜਾਂ ਵੈਬਸਾਈਟ ਦੇ ਉੱਤੇ ਜਾ ਕੇ www.cwccanada.com ਤੇ ਤੁਸੀਂ ਅਪਾਇੰਟਮੈਂਟ ਬਣਾ ਕੇ ਜਿਹੜਾ ਹੈਗਾ ਕਿਸੇ ਵੀ ਕਲੋਜ਼ੈਸਟ ਆਫਿਸ ਦੇ ਵਿੱਚ ਚਾਹੇ ਉਹ ਇੰਡੀਆ ਹੈਗਾ ਦੁਬਈ ਹੈਗਾ ਜਾਂ ਰੀਸੈਂਟਲੀ ਅਸੀਂ ਵੀਅਤਨਾਮ ਦੇ ਵਿੱਚ ਆਫਿਸ ਖੋਲ ਰਹੇ ਹਾਂ ਜਾਂ ਫਿਰ ਬ੍ਰੈਂਟਨ ਸਰੀ ਜਾਂ ਐਬਸਫੋਰਡ ਕਿਸੇ ਵੀ ਆਫਿਸ ਨੂੰ ਜਿਹੜਾ ਕੰਟੈਕਟ ਕੀਤਾ ਜਾ ਸਕਦਾ ਹੈ ਬਿਲਕੁਲ ਥੈਂਕ ਯੂ ਸੋ ਮਚ ਵਾਂਸ ਅਗੇਨ ਥੈਂਕ ਯੂ ਸੋ ਮਚ ਸੋ ਅੱਜ ਗੱਲਬਾਤ ਹੋਈ ਮਿਸਟਰ ਅਮਨ ਖੇੜਾ ਦੇ ਨਾਲ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕੀ ਕੁਝ ਇਮੀਗ੍ਰੇਸ਼ਨ ਦੇ ਵਿੱਚ ਤਬਦੀਲੀਆਂ ਆਈਆਂ ਨੇ ਸਟੇਟਸ ਜਿਹੜਾ ਮੇਨਟੇਨ ਕਰਕੇ ਰੱਖਣਾ ਪੈਣਾ ਹੈਗਾ ਜਿਨ੍ਹਾਂ ਦਾ ਵੀ ਕੋਈ ਫਾਈਲ ਹੈਗੀ ਉਹਦਾ ਪ੍ਰੋਸੈਸਿੰਗ ਟਾਈਮ ਸਲੋ ਹੈਗਾ ਹੈ ਪਰ ਜਿਹੜਾ ਫੁੱਲ ਐਂਡ ਫਾਈਨਲ ਰਿਜ਼ਲਟ ਹੈਗਾ ਹੈ ਉਹ ਤੁਹਾਡੇ ਤੱਕ ਪਹੁੰਚਿਆ ਜਾਵੇਗਾ ਕੋਈ ਵੀ ਫਾਈਲ ਜਿਹੜੀ ਹੈ ਉਹ ਹਜੇ ਰਿਫਿਊਜ਼ ਨਹੀਂ ਕੀਤੀ ਜਾ ਰਹੀ ਤੇ ਜੇ ਤੁਸੀਂ ਇਹਨਾਂ ਦੇ ਤੱਕ ਪਹੁੰਚ ਕਰਨੀ ਚਾਹੁੰਦੇ ਹੋ ਇਹਨਾਂ ਦੇ ਬਹੁਤ ਸਾਰੇ ਆਫਿਸ ਨੇ ਸਰੀ 'ਚ ਨੇ ਐਬਸਫੋਰਡ ਦੇ ਵਿੱਚ ਹੈ ਬ੍ਰੈਂਪਟਨ ਦੇ ਵਿੱਚ ਹੈ ਦੁਬਈ ਦੇ ਵਿੱਚ ਹੈ ਇੰਡੀਆ ਦੇ ਵਿੱਚ ਹੈ ਪਰ ਜੇ ਪਰਟੀਕੂਲਰ ਤੁਸੀਂ ਸਰੀ ਦੇ ਵਿੱਚ ਇਹਨਾਂ ਨੂੰ ਕਾਲ ਕਰਨੀ ਚਾਹੁੰਦੇ ਆ ਤਾਂ ਇਹਨਾਂ ਨੂੰ 6045985555 ਤੇ ਕਾਲ ਕਰ ਸਕਦੇ ਆ ਜਾਂ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰ ਸਕਦੇ ਆ ਜੇ ਹੋਰ ਲੋਕੇਸ਼ਨ ਬਾਰੇ ਜਾਣਕਾਰੀ ਲੈਣੀ ਹੈ www.cwccanada.ca ਦੇ ਉੱਤੇ ਤੁਸੀਂ ਜਾ ਸਕਦੇ ਹੈਗੇ ਆ ਫਿਲਹਾਲ ਦੇ ਲਈ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਂਦੇ ਆ ਪਰ ਤੁਸੀਂ ਟੀਵੀ ਸੈੱਟ ਛੱਡ ਕੇ ਕਿਤੇ ਨਹੀਂ ਜਾਣਾ ਬਿਕੋਜ਼ ਇਸ ਤੋਂ ਬਾਅਦ ਸਾਫ਼ ਤੇ ਸਪਸ਼ਟ ਲੈ ਕੇ ਪੁਨੀਤ ਜੀ ਹਾਜ਼ਰ ਹੋ ਰਹੇ ਨੇ ਤੁਸੀਂ ਰੱਖੋ ਆਪਣਾ ਖਿਆਲ ਇੰਜੋਏ ਯੂਰ ਵੀਕਐਂਡ ਤੇ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ